ਭਗਦੀਆਂ ਖਬਰਾਂ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਇੱਕ ਵਾਰ ਫਿਰ ਤੋਂ ਸਾਥ ਦੇ ਰਹੇ ਨੇ ਅਜੀਤ ਜੀ, ਸਬਦੀਸ਼ ਜੀ ਅਤੇ ਸੀਪੀ ਸਿੰਘ ਜੀ। ਤੁਹਾਡੇ ਸਭ ਦਾ ਵੀ ਸ਼ੋਅ ਦੇ ਵਿੱਚ ਸਵਾਗਤ ਹੈ। ਧੰਨਵਾਦ ਜੀ। ਗੱਲਬਾਤ ਸ਼ੁਰੂ ਕਰਾਂਗੇ ਨੋਟਬੰਦੀ ਦੀ। 8 ਨਵੰਬਰ ਨੂੰ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕਰਕੇ ਨੋਟਬੰਦੀ ਦਾ ਐਲਾਨ ਕਰਕੇ ਕਿ ਬਲੈਕ ਮਨੀ ਕੱਢਣ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਆ ਬੀਜੇਪੀ ਗਵਰਨਮੈਂਟ ਦੀ। ਇੱਕ ਐਸਾ ਐਕਸਪੈਰੀਮੈਂਟ ਕੀਤਾ ਜੋ ਕਿ ਸਾਰੀ ਇੰਡੀਆ ਵਿੱਚ ਤੇ NRIs ਅਤੇ ਇੰਟਰਨੈਸ਼ਨਲ ਮੀਡੀਆ ਵੀ ਹੈਰਾਨ ਰਹਿ ਗਿਆ ਨਰਿੰਦਰ ਮੋਦੀ ਸਾਹਿਬ ਦੇ ਇਸ ਬੋਲਡ ਸਟੈਪ ਤੋਂ। ਉਮੀਦਾਂ ਸ਼ਾਇਦ ਬੀਜੇਪੀ ਗਵਰਨਮੈਂਟ ਦੁਆਰਾ ਲਾਈਆਂ ਜਾ ਰਹੀਆਂ ਸੀ ਕਿ ਕਾਫੀ ਵੱਡੀ ਮਾਤਰਾ ਵਿੱਚ ਬਲੈਕ ਮਨੀ ਫੜੀ ਜਾਊਗੀ, ਪਰ ਜੋ ਲਾਸਟ RBI ਦੀ ਅਪਡੇਟ ਆਈ ਸੀ ਲਗਭਗ 15 ਲੱਖ ਕਰੋੜ ਦੀ ਕਰੰਸੀ ਜੋ ਕਿ ਉਸ ਟਾਈਮ ਸਰਕੂਲੇਸ਼ਨ ਵਿੱਚ ਸੀ ਉਹ ਬੰਦ ਕੀਤੀ ਗਈ ਸੀ ਤੇ ਲਾਸਟ RBI ਦੀ ਜੋ ਅਪਡੇਟ ਆਈ ਸੀ ਕਿ 14 ਲੱਖ ਕਰੋੜ ਕਰੰਸੀ ਵਾਪਸ ਆ ਚੁੱਕੀ ਆ। 31 ਦਸੰਬਰ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਾਈਮ ਮੰਗਿਆ ਸੀ ਤੇ 50 ਦਿਨਾਂ ਵਿੱਚ ਦੀ ਗਾਰੰਟੀ ਕੀਤੀ ਸੀ ਕਿ 50 ਦਿਨਾਂ ਵਿੱਚ ਸਭ ਕੁਝ ਠੀਕ ਹੋ ਜਾਊਗਾ। ਇਵਨ ਕਿ 50 ਦਿਨਾਂ ਦੇ ਦੌਰਾਨ ਕਾਫੀ ਚੇਂਜਸ ਕੀਤੇ ਗਏ ਇਸ ਪਾਲਿਸੀ ਵਿੱਚ। ਤੇ ਜੇ ਆਮ ਬੰਦੇ ਦੀ ਗੱਲ ਕਰੀਏ, ਇੱਕ ਮਿਡਲ ਕਲਾਸ ਫੈਮਿਲੀ ਦੀ ਜਾਂ ਬਿਜ਼ਨਸ ਦੀ ਗੱਲ ਕਰੀਏ ਤੇ ਕਾਫੀ ਜ਼ਿਆਦਾ ਸਫਰ ਵੀ ਕਰਨਾ ਪਿਆ। ਲੋਕਾਂ ਨੂੰ ਲਾਈਨਾਂ ਵਿੱਚ ਵੀ ਲੱਗੇ ਦੇਖਿਆ ਗਿਆ। 100 ਤੋਂ ਜ਼ਿਆਦਾ ਲੋਕਾਂ ਦੀ ਜੋ ਖਬਰਾਂ ਆ ਰਹੀਆਂ ਨੇ 100 ਤੋਂ ਜ਼ਿਆਦਾ ਲੋਕਾਂ ਦੀ ਲਾਈਨਾਂ ਵਿੱਚ ਮੌਤ ਵੀ ਹੋ ਗਈ। 30 ਦਸੰਬਰ ਨੂੰ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਪੀਚ ਸੀ, ਲੱਗ ਰਿਹਾ ਸੀ ਕਿ ਸ਼ਾਇਦ ਇਹਦੇ ਵਿੱਚ ਕਾਫੀ ਫੈਕਟਸ ਨੋਟਬੰਦੀ ਤੋਂ ਮਿਲਦੇ ਜੁਲਦੇ ਜਨਤਕ ਕੀਤੇ ਜਾਣਗੇ, ਪਰ ਕੁਝ ਖਾਸ ਬੀਜੇਪੀ ਖੇਮੇ ਵੱਲੋਂ ਜਾਂ PMO ਆਫਿਸ ਵੱਲੋਂ ਕੁਝ ਖਾਸ ਗੱਲਾਂ ਨੋਟਬੰਦੀ ਦੀਆਂ ਕੀਤੀਆਂ ਨਹੀਂ ਗਈਆਂ। ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਰਸੋਂ ਯੂਪੀ ਵਿੱਚ ਜੋ ਇਲੈਕਸ਼ਨ ਦੇ ਰਹੇ ਸੀ ਉੱਥੇ ਵੀ ਕੋਈ ਨੋਟਬੰਦੀ ਦੀ ਗੱਲ ਨਹੀਂ ਕੀਤੀ ਗਈ। ਲੱਗਦਾ ਹੈ ਜਿੱਦਾਂ ਕਿ ਬੀਜੇਪੀ ਨੋਟਬੰਦੀ ਤੋਂ ਹੁਣ ਮੁੱਦਾ ਹਟਾ ਕੇ ਤੇ ਦੂਜੇ ਪਾਸੇ ਲੈ ਕੇ ਜਾਣਾ ਚਾਹੁੰਦੀ ਹੈ। ਪਰ ਮੈਂ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਅਜੀਤ ਜੀ ਨੂੰ ਚਾਹੂੰਗਾ। ਅਜੀਤ ਜੀ, ਨੋਟਬੰਦੀ 30 ਦਸੰਬਰ, ਕੀ ਤੁਹਾਨੂੰ ਲੱਗਦਾ ਹੈ ਕਿ ਇੰਡੀਆ ਨੇ ਕੁਝ ਗੇਨ ਕੀਤਾ? ਹਰਪ੍ਰੀਤ ਜੀ, ਗੇਨ ਵੀ ਕੀਤਾ, ਕੁਝ ਲਾਸ ਵੀ ਕੀਤਾ। ਆਪਾਂ ਪਹਿਲਾਂ ਲਾਸ ਦੀ ਗੱਲ ਕਰ ਲੈਂਦੇ ਹਾਂ। ਕਾਫੀ ਵਰਕ ਆਵਰਸ ਜਿਹੜੇ ਹੈਗੇ ਲਾਸ ਹੋਏ, ਲੋਕਾਂ ਦੇ ਲਾਈਨਾਂ 'ਚ ਖੜਨ ਨਾਲ ਕਾਫੀ ਕਾਮਰਸ ਦੇ ਵਿੱਚ, ਛੋਟੇ ਲੈਵਲ ਦੇ ਕਾਮਰਸ 'ਚ ਖਾਸ ਕਰਕੇ ਫਰਕ ਪਿਆ। ਤੇ ਨਾਲ ਲੋਕਾਂ ਨੂੰ ਜਿਹੜੀ ਹੈਗੀ ਆਪਣੇ ਕਈ ਜ਼ਰੂਰੀ ਕੰਮ ਕਰਨ ਦੇ ਵਿੱਚ ਜਿਹੜੀ ਹੈਗੀ, ਚਾਹੇ ਵਿਆਹ ਸ਼ਾਦੀਆਂ ਸੀ ਜਾਂ ਹੋਰ ਕੋਈ ਸਮਾਜਿਕ ਜਾਂ ਘਰੋਗੀ ਕਾਰਨ ਸੀ, ਉਹਨਾਂ 'ਚ ਕਾਫੀ ਤਕਲੀਫਾਂ ਆਈਆਂ ਨੇ। ਇਸ ਚੀਜ਼ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਹੈਗੇ ਔਰ ਇਸ ਚੀਜ਼ ਨੂੰ ਸਰਕਾਰ ਵੀ ਰਿਕੋਗਨਾਈਜ਼ ਕਰਦੀ ਹੈ ਕਿ ਮੁਸ਼ਕਲਾਂ ਆਈਆਂ ਨੇ ਔਰ ਇਸ ਚੀਜ਼ ਤੋਂ ਡਿਨਾਈ ਵੀ ਨਹੀਂ ਕੀਤਾ ਜਾ ਸਕਦਾ। ਪਰ ਜਿਹੜੀ ਚੀਜ਼ ਮੁੱਖ ਤੌਰ ਤੇ ਸ਼ਾਇਦ ਸਰਕਾਰ ਦਾ ਨਿਸ਼ਾਨਾ ਵੀ ਉਹ ਹੈਗਾ ਸੀ, ਉਹ ਇਹ ਹੋਈ ਹੈ ਕਿ ਤਕਰੀਬਨ ਸਾਰਾ ਪੈਸਾ ਜਿਹੜਾ ਭਾਵੇਂ ਕਿਸੇ ਦੀ ਸਹੀ ਕਮਾਈ ਦਾ ਪੈਸਾ ਸੀ ਜਾਂ ਉਹ ਕਿਸੇ ਗਲਤ ਕਮਾਈ ਦਾ ਪੈਸਾ ਸੀ, ਬੈਂਕਾਂ ਤੋਂ ਬਾਹਰ ਇੱਕ ਜਿਹੜੀ ਪਰਦੇ ਦੇ ਪਿੱਛੇ ਟ੍ਰਾਂਜੈਕਸ਼ਨ ਹੋ ਰਹੀ ਸੀ ਉਸ ਮਨੀ ਦੀ, ਉਹਦਾ ਵੱਡਾ ਹਿੱਸਾ ਜਿਹੜਾ ਹੈਗਾ ਉਹ ਬੈਂਕਾਂ 'ਚ ਆ ਗਿਆ। ਉਸ ਤੋਂ ਬਾਅਦ ਜੇ ਉਸ ਦੇ ਪਿੱਛੇ ਉਹਦੀ ਟਰੇਸ ਰੱਖਦੀ ਆ ਗਵਰਨਮੈਂਟ ਕਿ ਇਹਦੀ ਜਿਹੜੀ ਲੈਣ ਦੇਣ ਆ ਉਹ ਕਿਵੇਂ ਹੁੰਦਾ, ਤਾਂ ਉਹ ਚੀਜ਼ ਸਾਰੇ ਲੋਕਾਂ ਵਾਸਤੇ ਇਹ ਚੀਜ਼ ਲਾਗੂ ਹੋ ਜਾਏਗੀ ਕਿ ਉਹ ਜਿਹੜੀ ਹੈਗੀ ਟ੍ਰਾਂਜੈਕਸ਼ਨ, ਜਿਹੜੀ ਵਿਜ਼ੀਬਲ ਟ੍ਰਾਂਜੈਕਸ਼ਨ ਆ, ਬੈਂਕ ਰਾਹੀਂ ਟ੍ਰਾਂਜੈਕਸ਼ਨ ਆ, ਉਹ ਹੋਵੇ। ਜਦੋਂ ਜ਼ਿਆਦਾ ਟ੍ਰਾਂਜੈਕਸ਼ਨ ਇਸ ਤਰ੍ਹਾਂ ਦੀ ਹੋਣ ਲੱਗ ਜਾਏਗੀ ਤਾਂ ਉਹਦੇ 'ਚ ਗਵਰਨਮੈਂਟ ਦੇ ਰੈਵਨਿਊ 'ਚ ਆਉਣ ਵਾਲੇ ਸਮੇਂ 'ਚ ਕਾਫੀ ਵਾਧਾ ਹੋਏਗਾ ਤੇ ਉਹ ਰੈਵਨਿਊ ਜਿਹੜਾ ਹੈਗਾ ਲੋਕਾਂ ਦੇ ਭਲੇ ਵਾਸਤੇ ਜਾਂ ਲੋਕਾਂ ਵਾਸਤੇ ਕੁਝ ਵੀ ਚੰਗਾ ਕ੍ਰੀਏਟ ਕਰਨ ਵਾਸਤੇ ਵਰਤਿਆ ਜਾ ਸਕਦਾ ਹੈ। ਇਹ ਮੈਨੂੰ ਸਭ ਤੋਂ ਵੱਡਾ ਫਾਇਦਾ ਹੋਇਆ ਲੱਗਦਾ ਹੈ। ਫਿਰ ਜੇ ਕੁਝ ਜਿਵੇਂ ਤੁਸੀਂ ਦੱਸਿਆ 14 ਲੱਖ ਦੇ ਕਰੀਬ ਆ ਗਿਆ ਹੈ ਤਾਂ ਇਹਦਾ ਮਤਲਬ ਬਹੁਤ ਥੋੜੀ ਹਿੱਸਾ, 5 ਜਾਂ 10%, 10% ਤੋਂ ਜ਼ਿਆਦਾ ਬਣਦਾ ਹੀ ਨਹੀਂ। ਇਹ ਉਹਨਾਂ ਕੋਲ ਪੈਸਾ ਜਿਹੜਾ ਰਹਿ ਗਿਆ, ਜਿੰਨੇ ਕੁ ਗਵਰਨਮੈਂਟ ਦਾ ਉਹਦੇ ਐਸਟੀਮੇਟ ਸੀ ਜਾਂ ਉਹਨਾਂ ਕੋਲ ਕੋਈ ਫਿਗਰ ਸੀ ਕਿ ਇੰਨਾ ਪੈਸਾ ਸਰਕੂਲੇਟ ਹੋ ਰਿਹਾ ਹੈ ਇਹ ਵੱਡੇ ਨੋਟਾਂ ਵਿੱਚ, ਉਹ ਨੋਟ ਜਿਹੜਾ ਹੈਗਾ ਉਹ ਆਪਣੇ ਆਪ ਦੇ ਵਿੱਚ ਡਿਸਟਰੋਏ ਹੋ ਜਾਏਗਾ। ਲੱਗਦਾ ਹੈ ਉਹ ਪੈਸਾ ਸੀ ਜਿਹਦੇ ਮਾਲਕ ਉਹਨਾਂ ਨੂੰ ਕਿਸੇ ਵੀ ਕੀਮਤ ਦੇ ਸਾਹਮਣੇ ਨਹੀਂ ਸੀ ਲਿਆ ਸਕਦੇ। ਸੋ ਉਹ ਪੈਸਾ ਡਿਸਟਰੋਏ ਹੋਗਾ। ਇਨ ਲਿਊ ਆਫ ਦੈਟ ਜੇ ਨਵੀਂ ਕਰੰਸੀ ਆਏਗੀ ਉਹ ਵਿਜ਼ੀਬਲ ਹੋਏਗੀ, ਉਹ ਇਨਵਿਜ਼ੀਬਲ ਨਹੀਂ ਹੋ ਸਕਦੀ। ਸਭ ਤੋਂ ਵੱਡਾ ਫਾਇਦਾ ਇਹੀ ਲੱਗਦਾ ਹੈ ਕਿ
ਅੱਗੇ ਵਾਸਤੇ ਟ੍ਰਾਂਜੈਕਸ਼ਨ ਜਿਹੜੀ ਮੋਨੇਟਰੀ ਟ੍ਰਾਂਜੈਕਸ਼ਨ ਹੈ ਉਹ ਵਿਜ਼ੀਬਲ ਹੋਏਗੀ ਤੇ ਉਹਦੇ ਨਾਲ ਇੱਕ ਤਾਂ ਜਿਹੜੀਆਂ ਕਾਉਂਟਰਾਬੈਂਡ 2 ਨੰਬਰ ਦੀਆਂ ਟ੍ਰਾਂਜੈਕਸ਼ਨਾਂ 2 ਨੰਬਰ ਦਾ ਜਿਹੜੇ ਧੰਦੇ ਨੇ ਉਹਨਾਂ ਨੂੰ ਨੱਥ ਪੈ ਸਕਦੀ ਹੈ ਔਰ ਦੂਸਰਾ ਜਿਹੜਾ ਹੈਗਾ ਉਹਦੇ ਨਾਲ ਰੈਵਨਿਊ ਕਾਫੀ ਵੱਡਾ ਹੋਏਗਾ। ਤੀਸਰਾ ਜਿਵੇਂ ਗਵਰਨਮੈਂਟ ਕਹਿੰਦੀ ਹੈ ਕਿ ਜਿਹੜੇ ਉਹ ਜਥੇਬੰਦੀਆਂ ਜਿਹੜੀ ਮੁਲਕ ਨੂੰ ਨੁਕਸਾਨ ਬਣਾਉਣ ਵਾਸਤੇ ਕੰਮ ਕਰਦੀਆਂ ਸੀ ਉਹ ਜਿਹੜੀਆਂ ਹੈਗੀਆਂ ਉਹਨਾਂ ਨੂੰ ਨੱਥ ਪਾਈ ਜਾ ਸਕਦੀ ਹੈ। ਪਰ ਇਸ ਚੀਜ਼ ਇਹ ਜਿਹੜੀ ਤੀਜੀ ਗੱਲ ਹੈ ਟੈਰਰਿਸਟ ਜਥੇਬੰਦੀਆਂ ਬਾਰੇ ਇਹ ਸਵਾਲ ਇਹ ਵੀ ਖੜਾ ਕਰਦੀ ਹੈ ਕਿ ਜੇ ਇੰਨੀ ਛੇਤੀ ਜਿਵੇਂ ਆਪਾਂ ਦੇਖਿਆ ਜਦੋਂ ਇਹ ਨੋਟਬੰਦੀ ਦਾ ਕੰਮ ਚੱਲਿਆ ਬੈਂਕਾਂ ਦੇ ਵਿੱਚ ਕਿੰਨੀਆਂ ਘਟਨਾਵਾਂ ਆਈਆਂ ਨੇ ਜਿੱਥੇ ਬੈਂਕ ਮੁਲਾਜ਼ਮਾਂ ਨੇ ਜਾਂ ਹੋਰ ਅਸਰਅੰਦਾਜ਼ ਉਹਦੇ ਵਿੱਚ ਪੋਲੀਟੀਸ਼ੀਅਨਸ ਵੀ ਹੋਣਗੇ ਕੁਝ ਅਮੀਰ ਆਦਮੀ ਵੀ ਹੋਣਗੇ ਜਿਨ੍ਹਾਂ ਦੇ ਪ੍ਰਭਾਵ ਹੋਏਗਾ ਬੈਂਕਾਂ ਦੇ ਤਾਂ ਕਿੰਨੀਆਂ ਘਟਨਾਵਾਂ ਬੈਂਕ ਦੇ ਵਿੱਚ ਗਲਤ ਕੰਮ ਹੋਣ ਦੀਆਂ ਗਲਤ ਤਰੀਕੇ ਨਾਲ ਜਿਹੜੀ ਨਵੀਂ ਕਰੰਸੀ ਸੀ ਉਹ ਜਾਣਦੀਆਂ ਹੋਈਆਂ ਨੇ। ਸੋ ਇਹ ਜ਼ਰੂਰ ਇੱਕ ਸਵਾਲ ਪੈਦਾ ਖੜਾ ਕਰਦਾ ਕਿ ਜੇ ਟੈਰਰਿਸਟ ਘਟਨਾਵਾਂ ਨੇ ਜਾਂ ਕੋਈ ਡਰੱਗਸ ਦੀ ਗੱਲ ਹੈ ਉਹਨੂੰ ਨੱਥ ਕਿੰਨਾ ਕੁ ਪਾ ਸਕਦੀ ਹੈ ਗੱਲ ਉਹਦੇ ਤੇ ਸਵਾਲ ਜ਼ਰੂਰ ਖੜੇ ਹੁੰਦੇ ਨੇ। ਪਰ ਵੱਡੀ ਗੱਲ ਜਿਹੜੀ ਹੈਗੀ ਮੈਂ ਉਹ ਹੀ ਕਹਿਣੀ ਚਾਹਾਂਗਾ ਕਿ ਟ੍ਰਾਂਜੈਕਸ਼ਨਸ ਮੋਸਟਲੀ ਵਿਜ਼ੀਬਲ ਹੋਣਗੀਆਂ ਤੇ ਗਵਰਨਮੈਂਟ ਦੇ ਰੈਵਨਿਊ ਜਿਹੜਾ ਹੈਗਾ ਉਹਦੇ ਨਾਲ ਵੱਧ ਸਕਦਾ। ਸੀਪੀ ਸਿੰਘ ਜੀ ਤੁਹਾਡੇ ਤੋਂ ਆਉਂਗਾ। ਅਜੀਤ ਜੀ ਇਹ ਕਹਿ ਰਹੇ ਨੇ ਕਿ ਟ੍ਰਾਂਜੈਕਸ਼ਨ ਮੋਸਟਲੀ ਵਿਜ਼ੀਬਲ ਹੋਣੀਆਂ ਪਰ ਜੇ ਮੈਂ ਥੋੜੀ ਜੀ ਨਿਗਾਹ ਮਾਰਾਂ ਤੇ ਟੈਕਨੀਕਲ ਤਰੀਕੇ ਨਾਲ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਾਂ ਜਦੋਂ ਵੀ ਕਰੰਸੀ ਬਾਹਰ ਆਊਗੀ ਤੇ ਜੋ ਲੋਕਾਂ ਦੀ ਆਦਤ ਸੀ ਮੋਸਟ ਆਫ ਦਾ ਪੀਪਲ ਜ਼ਿਆਦਾਤਰ ਲੋਕ ਵਾਪਸ ਉਸ ਆਦਤ ਨੂੰ ਹੀ ਅਪਣਾਉਣਗੇ ਤੇ ਵਾਪਸ ਜਿੱਦਾਂ ਪਹਿਲਾਂ ਕੈਸ਼ ਇਸਤੇਮਾਲ ਕਰਦੇ ਸੀ ਉਧਰ ਹੀ ਰੁਕ ਕਰਨਗੇ। ਕੈਸ਼ਲੈਸ ਇਕਨੋਮੀ ਜਾਂ ਡਿਜੀਟਲ ਇੰਡੀਆ ਦੀ ਗੱਲ ਕੀਤੀ ਜਾ ਰਹੀ ਹੈ ਲੋਕਾਂ ਨੂੰ ਡਿਜੀਟਲ ਟ੍ਰਾਂਜੈਕਸ਼ਨਾਂ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਰੇਹੜੀ ਵਾਲੇ ਸਬਜ਼ੀ ਵਾਲੇ ਨੂੰ ਵੀ ਡੈਬਿਟ ATM ਲੈਣ ਦੀ ਗੱਲ ਕੀਤੀ ਜਾ ਰਹੀ ਹੈ। I'm not sure ਕਿ ਉਹ ਕਿੰਨੀ ਸਕਸੈਸ ਹੋਊਗੀ ਕਿਉਂਕਿ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਅੱਜ ਅਸੀਂ ਇਹ ਉਮੀਦ ਜ਼ਰੂਰ ਕਰ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਗਵਰਨਮੈਂਟ ਦਾ ਰੈਵਨਿਊ ਵਧੂਗਾ। ਆਉਣ ਵਾਲੇ ਸਮੇਂ ਦੇ ਵਿੱਚ ਆ ਚੀਜ਼ਾਂ ਹੋਣਗੀਆਂ ਦਿਸ ਦੈਟ ਇਹ ਅਜ਼ੰਪਸ਼ਨ ਕਰ ਸਕਦੇ ਹਾਂ ਪਰ ਅੱਜ ਅਸੀਂ ਕਿੱਥੇ ਖਲੋਤੇ ਹਾਂ। ਹਰਪ੍ਰੀਤ ਜੀ ਬਿਲਕੁਲ ਦੇਖੋ ਟ੍ਰੈਂਡ ਨੂੰ ਡੀਮੋਨੇਟਾਈਜੇਸ਼ਨ ਨੇ ਚੇਂਜ ਜ਼ਰੂਰ ਕੀਤਾ ਹੈ ਬਟ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਜਦੋਂ ਕਰੰਸੀ ਇਨਫਲੋ ਰੈਗੂਲਰ ਹੋ ਗਿਆ ਤਾਂ ਕੀ ਉਹ ਮਸ਼ੀਨਾਂ ਜਿਹੜੀ ਉਹ ਕੈਸ਼ਲੈਸ ਟ੍ਰੈਂਡਸ ਅਪਣਾਏ ਨੇ ਲੋਕਾਂ ਨੇ ਜਾਂ ਬਿਜ਼ਨਸਮੈਨਸ ਨੇ ਉਹ ਦੁਬਾਰਾ ਕਿਤੇ ਉਹ ਪੁਰਾਣੀ ਵਾਲੀ ਟ੍ਰਾਂਜੈਕਸ਼ਨ ਤੇ ਨਾ ਆ ਜਾਣ। ਦੇਖੋ ਇਹ ਆਉਣ ਵਾਲਾ ਸਮਾਂ ਦੱਸੂਗਾ ਲੇਕਿਨ ਜਿਹੜੇ ਬੰਦੇ ਸਵਾਈਪ ਮਸ਼ੀਨਸ ਜਾਂ ਜਿਹੜੇ ਬੰਦੇ ਕੈਸ਼ਲੈਸ ट्रांजैक्शन यूज कर रहे हैं और टेक्नोलॉजी यूज कर रहे हैं वो सारे ही ऐसा फील कर रहे हैं कि ये बहुत ही ईजी है क्योंकि पैसा यूज हो रहा लेकिन पैसा फिजिकली उत्थे नहीं हैगा। तो हरप्रीत जी जे तुसीं मैनूं अलाउ करो तो मैं कुछ एक सैक्टरां दी पिछले 2 दिनां स्टडी की ਜਿਹੜੇ ਸੈਕਟਰ ਇਹਦੇ ਤੋਂ ਇਫੈਕਟ ਹੋਏ ਔਰ ਜਿਹੜੇ ਸੈਕਟਰ ਇਸ ਤੋਂ ਇਫੈਕਟ ਨਹੀਂ ਹੋਏ। ਡੀਮੋਨੇਟਾਈਜੇਸ਼ਨ ਨੇ ਪਲਾਸਟਿਕ ਮਨੀ ਔਰ ਇਲੈਕਟ੍ਰੋਨਿਕ ਮਨੀ ਨੂੰ ਐਨਕਰੇਜ ਜ਼ਰੂਰ ਕੀਤਾ ਹੈ लेकिन ਜਿਹੜੀਆਂ ਕੈਸ਼ ਟ੍ਰਾਂਜੈਕਸ਼ਨ ਸੀਗੀਆਂ ਹਾਰਡ ਕੈਸ਼ ਫਿਜ਼ੀਕਲ ਕੈਸ਼ ਟ੍ਰਾਂਜੈਕਸ਼ਨ ਸੀਗੀਆਂ ਉਹ ਬਹੁਤ ਹੀ ਘੱਟ ਹੋ ਗਈਆਂ ਬਹੁਤ ਹੀ ਲੈਸ ਕਾਮਨ ਹੋ ਗਈਆਂ ਉਹਦੇ ਵਿੱਚ। ਸੋ ਕਿਤੇ ਨਾ ਕਿਤੇ ਜਿਹੜਾ ਇਹਦਾ ਬੈਨੀਫਿਟ ਹੋਇਆ ਉਹ ਕੈਸ਼ਲੈਸ ਇਕਨੋਮੀ ਨੇ ਫਾਈਨੈਂਸ਼ੀਅਲ ਐਸੈਟਸ ਨੂੰ ਬਹੁਤ ਜ਼ਿਆਦਾ ਬੈਨੀਫਿਟ ਕੀਤਾ ਜਿੱਦਾਂ बैंक ਦੇ ਵਿੱਚ ਬਹੁਤ ਸਾਰਾ ਪੈਸਾ ਆ ਗਿਆ ਮਾਈਕਰੋ ਫਾਈਨੈਂਸ ਔਰ ਜਿਹੜੀਆਂ ਡਿਜੀਟਲ ਮਨੀ ਆਪਰੇਟਰ ਸੀਗੇ ਉਹਨਾਂ ਦੇ ਕੋਲ ਵੀ ਐਦਾਂ ਦੀ ਚੀਜ਼ ਨੂੰ ਕਾਫੀ ਇਫੈਕਟ ਹੋਇਆ। ਜੇ ਤੁਸੀਂ ਹੁਣ ਕੈਟਾਗਰੀ ਵਾਈਜ਼ ਗੱਲ ਕਰੋ ਆਟੋ ਇੰਡਸਟਰੀ ਹੈ ਜਿਹੜੀ ਉਹ ਕਾਫੀ ਉਹਦੇ ਵਿੱਚ ਡਿਪ ਆਇਆ ਕਾਫੀ ਉਹ ਨੀਚੇ ਗਈ ਹੈ ਕਿਉਂਕਿ ਜਿਹੜੇ ਹੈਵੀ ਹਾਈ ਕਾਸਟ ਵਹੀਕਲ ਸੀਗੇ ਉਹਨਾਂ ਨੂੰ ਬਹੁਤਾ ਅਸਰ ਨਹੀਂ ਪਿਆ ਕਿਉਂਕਿ ਉਹ ਜਿਹੜੇ ਜ਼ਿਆਦਾਤਰ ਜਿਹੜੇ ਉਦਾਂ ਦੇ ਵਹੀਕਲਸ ਹੁੰਦੇ ਨੇ ਉਹ ਫਾਈਨੈਂਸ ਦੇ ਉੱਪਰ ਲਏ ਜਾਂਦੇ ਨੇ। बट अगर ओवरऑल जे इंडस्ट्री की गल करिए तो वो जिहड़ी है डीमोनेटाइजेशन नाल काफी नीचे आई है। जे तुसीं सीमेंट और बिल्डिंग मटीरियल की गल करो वो भी जिहड़ी इंडस्ट्री है वो काफी इफेक्ट होया इहदे नाल क्योंकि जिहड़े रियल एस्टेट दे विच मनी सर्कुलेट हुंदी सी वो ज्यादातर कैश दे विच हुंदी सी और जिहड़ी रेनोवेशन दा काम भी चलदा सीगा वो भी लेबर वर्क ਉਹਦੇ ਚ ਇਨਵੋਲਵ ਹੁੰਦਾ और वो भी कैश ਦੇ ਵਿੱਚ ਹੁੰਦਾ ਸੀ। उस चीज ਨੂੰ भी ਇਹਨੇ बहुत ज्यादा इफेक्ट कीता है। हाँ ਜਿਹੜੀਆਂ कुछ B2B नेचर ਦੇ बिजनेस ਸੀਗੇ ਉਹ ਥੋੜੇ ਜੇ ਜ਼ਿਆਦਾ ਮਤਲਬ ਇਫੈਕਟ ਹੋਏ ਨੇ ਕਿਉਂਕਿ ਜੋ ਜਿਹਦੇ ਵਿੱਚ ਜ਼ਿਆਦਾ ਕੈਸ਼ ਫਲੋ ਸਬ ਵੈਂਡਰਸ ਵੀ ਸੀਗੇ ਜਿਨ੍ਹਾਂ ਤੋਂ ਛੋਟੇ ਛੋਟੇ ਪਾਰਟਸ ਉਹ ਖਰੀਦਦੇ ਆ ਉਹ ਚੀਜ਼ ਨੂੰ ਇਸ ਚੀਜ਼ ਨੇ ਥੋੜਾ ਜਿਹਾ ਕੁਐਸਚਨ ਸ਼ੋਰਟ ਕਰਨਾ ਚਾਹੁੰਦਾ ਸੀਪੀ ਸਿੰਘ ਜੀ ਮੈਨੂੰ ਤੁਸੀਂ ਇਹ ਦੱਸੋ ਤੁਹਾਨੂੰ ਫਾਇਦੇ ਕੀ ਹੋਏ ਅੱਜ ਦੀ ਡੇਟ ਤੋਂ ਤੁਹਾਨੂੰ ਕੀ ਫਾਇਦੇ ਹੋਏ?
ਪਰਸਨਲੀ ਮੇਰੀ ਗੱਲ ਨਾ ਕਰੋ, ਓਵਰਆਲ ਇੰਡਸਟਰੀ ਦੀ ਜੇ ਮੈਂ ਗੱਲ ਕਰਾਂ ਤਾਂ ਕੈਸ਼ ਫਲੋ ਜਿਹੜਾ ਸੀਗਾ ਉਹ ਘਟ ਗਿਆ ਔਰ ਡਿਜੀਟਲ ਮਨੀ ਜ਼ਿਆਦਾ ਹੋ ਗਈ। ਆਈ ਥਿੰਕ ਉਹਦੇ ਨਾਲ ਟਾਈਮ ਸੇਵ ਹੁੰਦਾ ਹੈ ਔਰ ਤੁਸੀਂ ਸਭ ਕੁਝ ਦੇਖੋ ਕਿ ਮੇਰਾ ਖਿਆਲ ਡਿਜੀਟਲ ਮਨੀ ਜਿਹੜੀ ਹੈ, ਪਲਾਸਟਿਕ ਮਨੀ ਹੈ, ਉਹ ਜ਼ਿਆਦਾ ਸੇਫ ਹੈ ਕਿਉਂਕਿ ਤੁਸੀਂ ਨੈਟ ਦੇ ਨਾਲ ਨੈਟ ਬੈਂਕਿੰਗ ਕਰ ਸਕਦੇ ਹੋ। ਫਾਇਦੇ ਇਹਦੇ ਵਿੱਚ ਹਾਲੇ ਪੂਰੀ ਤਰ੍ਹਾਂ ਨਿਕਲ ਕੇ ਸਾਹਮਣੇ ਨਹੀਂ ਆਏ, ਲੇਕਿਨ ਜਦੋਂ ਜਿਵੇਂ ਜਿਵੇਂ ਇਹ ਇੰਪਲੀਮੈਂਟ ਹੁੰਦੀ ਜਾਏਗੀ ਆਈ ਥਿੰਕ ਇਹਦਾ ਹੋਰ ਬੈਨੀਫਿਟ ਸਾਹਮਣੇ ਆਈ ਜਾਏਗਾ। ਕੈਸ਼ਲੈਸ ਇਕਨੋਮੀ ਹਮੇਸ਼ਾ ਫਾਇਦਾ ਹੀ ਹੁੰਦਾ। ਸਬਦੀਸ਼ ਜੀ, ਮੈਨੂੰ ਕੁਝ ਸਮਝ ਨਹੀਂ ਆ ਰਿਹਾ ਕਿਉਂਕਿ ਬਲੈਕ ਮਨੀ ਤੋਂ ਗੱਲ ਸੁਣੀ ਹੋਈ ਸੀ, ਡਿਜੀਟਲ ਮਨੀ ਦੇ ਫਾਇਦੇ ਗਿਣਾਏ ਜਾ ਰਹੇ ਨੇ। ਜੇ ਆਮ ਬੰਦੇ ਦੀ ਵੀ ਗੱਲ ਕਰੀਏ ਜੋ ਕਿ ਮੋਦੀ ਸਾਹਿਬ ਦੇ ਕਾਫੀ ਫੇਵਰ ਵਿੱਚ ਸੀ, ਇਹੀ ਗੱਲ ਕਰ ਰਹੇ ਸੀ ਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਵਾਸਤੇ ਬਹੁਤ ਚੰਗਾ ਹੋਏਗਾ। ਮੈਨੂੰ ਫਿਰ ਤੋਂ ਇੱਕ ਵਾਰ ਇੱਕ ਰਾਈਟਰ ਦੀ ਗੱਲ ਚੇਤੇ ਆ ਰਹੀ ਆ ਜਿਹਨੇ ਇਹ ਕਿਹਾ ਸੀ ਕਿ ਪੋਲੀਟੀਸ਼ੀਅਨ ਨੂੰ ਸਵਾਲ ਪੁੱਛਿਆ ਗਿਆ ਸੀ ਕਿ ਤੁਸੀਂ ਵਾਅਦੇ ਕੀਤੇ ਸੀ ਕਿ ਇੰਨੀਆਂ ਜੌਬਾਂ ਕ੍ਰੀਏਟ ਕਰੋਗੇ, ਇਸ ਆਪਣੇ ਦੇਸ਼ 'ਚ ਹਰ ਬੰਦੇ ਨੂੰ ਜੌਬ ਮਿਲੂਗੀ, ਤੇ ਉਹ ਪੋਲੀਟੀਸ਼ੀਅਨ ਦਾ ਕਹਿਣਾ ਸੀ ਕਿ ਮੈਂ ਇਹ ਕਰਨਾ ਨਹੀਂ ਆ, ਮੈਂ ਇਹ ਕਰ ਰਿਹਾ ਵਾਂ, ਮੈਂ ਜੌਬ ਕ੍ਰੀਏਟ ਨਹੀਂ ਕਰਨੀ, ਮੈਂ ਜੌਬ ਕ੍ਰੀਏਟ ਕਰ ਰਿਹਾ ਹਾਂ। ਇਹ ਯਕੀਨ ਦਿਲਾਉਣਾ ਹੈ ਵੋਟਰ ਨੂੰ ਤਾਂ ਕਿ ਆਉਣ ਵਾਲੀ ਇਲੈਕਸ਼ਨ ਵਿੱਚ ਮੇਰੀ ਅਗਲੀ ਇਲੈਕਸ਼ਨ ਵਿੱਚ ਵੀ ਮੈਂ ਇਲੈਕਸ਼ਨ ਨਾ ਹਾਰਾਂ। ਕੁਝ ਏਦਾਂ ਦਾ ਹੀ ਸਬਦੀਸ਼ ਜੀ ਮੈਨੂੰ ਇੰਡੀਆ ਵਿੱਚ ਹੋਇਆ ਲੱਗਦਾ ਵਾ ਕਿ ਆਉਣ ਵਾਲੇ ਦਿਨ ਚੰਗੇ ਹੋਣਗੇ। ਜੇ ਵਾਪਸ 2014 ਦੀ ਲੋਕ ਸਭਾ ਇਲੈਕਸ਼ਨ ਤੇ ਜਾਈਏ ਤੇ ਫਿਰ ਤੋਂ ਅੱਛੇ ਦਿਨ ਵਾਲੀ ਗੱਲ ਲੱਗਦਾ ਕੀਤੀ ਜਾ ਰਹੀ ਆ, ਪਰ ਐਰਕੀ ਪੇਂਟ ਸ਼ੇਂਟ ਕਰਕੇ ਚੇਂਜਸ ਕਰ ਦਿੱਤੀਆਂ ਨੇ। ਸਬਦੀਸ਼ ਜੀ, ਵਿਸ਼ਾਲ ਸਾਡੇ ਨਾਲ ਜੁੜ ਚੁੱਕਾ ਇੰਡੀਆ ਤੋਂ, ਪਰ ਉਸ ਤੋਂ ਪਹਿਲਾਂ ਜੇ ਤੁਸੀਂ 1 ਮਿੰਟ ਘੱਟ ਸਮਾਂ ਲਿਓ ਪਲੀਜ਼, ਜੇ ਕਮੈਂਟ ਕਰਨਾ ਚਾਹੋ। ਹਰਪ੍ਰੀਤ ਜੀ, ਜੇ 8 ਨਵੰਬਰ ਦੇ ਭਾਸ਼ਣ ਦੀ ਗੱਲ ਕਰੀਏ ਤੇ ਉਹਦੇ 'ਚ ਜੋ ਗੱਲਾਂ ਕਹੀਆਂ ਗਈਆਂ ਸਨ, ਤੇ ਉਸ ਤੋਂ ਬਾਅਦ ਅਸੀਂ 31 ਦਸੰਬਰ ਦੇ ਭਾਸ਼ਣ ਦੀ ਗੱਲ ਕਰੀਏ ਤੇ ਉਹਨੂੰ ਅਸੀਂ 8 ਨਵੰਬਰ ਵਾਲੇ ਭਾਸ਼ਣ ਦੇ ਨਾਲ ਜੇ ਮੈਚ ਕਰਕੇ ਦੇਖੀਏ ਤੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਵਿੱਚੋਂ ਕਿਸੇ ਵੀ ਇੱਕ ਗੱਲ ਦੇ ਉੱਤੇ ਝੂਠਾ ਦਾਅਵਾ ਵੀ ਜ਼ਾਹਰ ਨਹੀਂ ਕੀਤਾ ਕਿ ਅਸੀਂ ਇਹ ਗੱਲ ਪ੍ਰਾਪਤ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਤੇ ਨਹੀਂ ਕਿਹਾ ਕਿ ਇਹਦੇ ਨਾਲ ਅਸੀਂ ਆਤੰਕਵਾਦ ਦੇ ਉੱਤੇ ਕਾਬੂ ਪਾ ਸਕੇ ਹਾਂ। ਪ੍ਰਧਾਨ ਮੰਤਰੀ ਨੇ ਕਿਤੇ ਨਹੀਂ ਕਿਹਾ ਕਿ ਅਸੀਂ ਕਾਲੇ ਧਨ ਦਾ ਬਹੁਤ ਵੱਡਾ ਜ਼ਖੀਰਾ ਬਾਹਰ ਲਿਆਉਣ ਦੇ ਵਿੱਚ ਸਫਲ ਹੋਏ ਹਾਂ। ਕੈਸ਼ਲੈਸ ਦੀਆਂ ਗੱਲਾਂ ਆਪਣੇ ਆਪ ਦੇ ਵਿੱਚ ਜਦੋਂ ਤਬਦੀਲ ਹੋ ਕੇ ਕੈਸ਼ਲੈਸ ਤੇ ਅਸੀਂ ਪਹੁੰਚ ਗਏ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਾਈਨ ਹੈ ਕਿ ਭਾਰਤ ਦੀ ਸਰਕਾਰ ਮੰਨੇ ਨਾ ਮੰਨੇ ਆਪਣੀ ਫੇਲੀਅਰ ਨੂੰ ਉਹ ਫੀਲ ਕਰਦੀ ਹੈ। ਔਰ ਮੈਨੂੰ ਨਹੀਂ ਲੱਗਦਾ ਕਿ ਇਸ ਫੇਲੀਅਰ ਨੂੰ ਫੀਲ ਕਰਨ ਦੇ ਵਿੱਚ ਕੋਈ ਦਿੱਕਤ ਹੋ ਸਕਦੀ। ਮੈਂ 9 ਨਵੰਬਰ ਤੋਂ ਹੀ ਜਦੋਂ ਤੋਂ ਇਹ ਮੂਵ ਸ਼ੁਰੂ ਹੋਈ ਹੈ, ਮੈਂ ਸ਼ੁਰੂ ਤੋਂ ਇੱਕੋ ਗੱਲ ਕਹਿੰਦਾ ਆ ਰਿਹਾ ਕਿ 14% ਕਰੰਸੀ ਦੇ ਨਾਲ 86% ਕਰੰਸੀ ਨੂੰ ਬਾਹਰ ਕਰਨ ਦਾ ਅਰਥ ਹੀ ਇਹ ਹੈ ਕਿ ਤੁਸੀਂ ਦੇਸ਼ ਨੂੰ ਵੱਡੇ ਸੰਕਟ ਦੇ ਵਿੱਚ ਪਾਉਣ ਜਾ ਰਹੇ ਹੋ। ਸਵਾਲ ਇਹ ਨਹੀਂ ਹੈ ਕਿ ਕਿੰਨੇ ਘੰਟੇ ਤੁਹਾਡੇ ਖਰਾਬ ਹੋ ਗਏ ਲਾਈਨਾਂ ਦੇ ਵਿੱਚ ਖੜੇ ਹੋਣ ਦੇ ਨਾਲ, ਸਵਾਲ ਇਹ ਹੈ ਕਿ ਕਿੰਨੇ ਰੁਜ਼ਗਾਰ 14% ਕਰੰਸੀ ਦੇ ਬਚਣ ਕਰਕੇ ਬਾਹਰ ਚਲੇ ਗਏ। ਔਰ ਜੇ ਪ੍ਰਧਾਨ ਮੰਤਰੀ ਨੇ 50 ਦਿਨ ਮੰਗੇ ਸੀ ਔਰ ਪ੍ਰਧਾਨ ਮੰਤਰੀ ਨੇ ਹੁਣ ਹੋਰ ਕੁਝ ਕਹਿਣਾ ਸ਼ੁਰੂ ਕਰ ਦਿੱਤਾ। ਹੁਣ ਪ੍ਰਧਾਨ ਮੰਤਰੀ ਇਹ ਦਾਅਵਾ ਬਿਲਕੁਲ ਨਹੀਂ ਕਰਦੇ ਕਿ ਮੈਂ ਜਿਹੜੇ 50 ਦਿਨ ਮੰਗੇ ਸੀ ਉਹਨਾਂ 50 ਦਿਨਾਂ ਦੇ ਵਿੱਚ ਕੁਝ ਕਰ ਦਿੱਤਾ। ਔਰ ਜਦੋਂ ਪ੍ਰਧਾਨ ਮੰਤਰੀ ਇਹ ਦਾਅਵਾ ਨਹੀਂ ਕਰ ਰਿਹਾ, ਮੈਨੂੰ ਲੱਗਦਾ ਉਹਨਾਂ ਦੇ ਹੱਕ ਦੇ ਵਿੱਚ ਬਹੁਤਾ ਉਤਸ਼ਾਹ ਦਿਖਾਉਣ ਵਾਲਿਆਂ ਨੂੰ ਵੀ ਆਪਣੇ ਦਾਅਵੇ ਹੁਣ ਘੱਟੋ ਘੱਟ ਰੀਥਿੰਕ ਕਰ ਲੈਣੇ ਚਾਹੀਦੇ ਜੋ ਵਾਪਸ ਨਹੀਂ ਵੀ ਲੈਣਾ ਚਾਹੁੰਦੇ। ਬਾਕੀ ਅਸੀਂ ਵਿਸ਼ਾਲ ਦੀਆਂ ਗੱਲਾਂ ਸੁਣਨ ਤੋਂ ਬਾਅਦ ਕੁਝ ਚਰਚਾ ਕਰ ਲਾਂਗੇ। थैंक यू सब्दीश जी। विशाल, स्वागत है शो में। जी सर। विशाल, सबसे पहले तो हमारे दर्शकों को ये बताओ कि आप कौन से एरिया में हो और उसके बाद में हम जो वहां पे लोग हैं उनसे बातचीत शुरू करेंगे। जी सर, मैं आपको बताना चाहूंगा इस वक्त मैं फरीदाबाद में मौजूद हूँ। 11 सेक्टर है ये और सुबह का टाइम है। यहाँ पे 9 बजे हुए हैं। मॉर्निंग वॉक के लिए लोग यहाँ पे आए हुए हैं पार्क में, और इन लोगों से मैं आपकी बातचीत कराना चाहूंगा कि डीमोनेटाइजेशन पे क्या इन लोगों को पसंद आया, वो फैसला क्या नहीं आया। तो विशाल, पहला क्वेश्चन हमारी तरफ से, आप जो वहां पे मौजूद हैं लोग, उनसे ये पूछिए कि क्या नोटबंदी का फैसला उनको सही लगता है, और दूसरा क्वेश्चन, क्या उनको अभी तक नोटबंदी के फैसले से कोई फायदा हुआ है। क्वेश्चन रिपीट कर दूं, क्या नोटबंदी का फैसला उनको सही लगता है, और दूसरा क्वेश्चन, क्या अभी तक उनको नोटबंदी के फैसले से कोई फायदा हुआ है या नुकसान हुआ है। जी बिल्कुल, मैं आपको ले जाना चाहूँगा लोगों के पास। यहाँ पे हमारे साथ कुछ लोग जुड़े हुए हैं, इनसे आपकी बातचीत कराना चाहूँगा। आपके जो 2 अहम सवाल हैं, मैं पहले शुरू करना चाहूँगा। अंकल जी, पहला जो मेरा सवाल ये है कि जो नोटबंदी का जो फैसला लिया गया था, क्या आपको
वो अच्छा लगा, गलत लगा? गलत लगा, गलत 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 लगा। हाँ। क्यों गलत लगा? दुनिया को तंग किया है सारे इसमें मोदी ने, हरासमेंट हुई इससे, कोई नोटबंदी से ब्लैक मनी आउट नहीं हुई, समझे, और इसलिए लोग परेशान है सारे। तो आप इस फैसले से परेशान हो या फिर खुश हो? परेशान है। परेशान है। हाँ। चलिए, ये यहाँ पे परेशान है, मैं दूसरों की तरफ चलता हूँ। तो अंकल जी, आपको क्या लगता है, आपको ये फैसला कैसा लगा? ये फैसला बहुत बढ़िया है। क्यों लगा फैसला बढ़िया? भाई ब्लैक मनी जो छिपी थी वो बाहर आई, मगर ये कह रहे हैं कि ब्लैक मनी वापस नहीं है। इनके पास ब्लैक मनी है। तो आपको क्या लगता है, ये फैसला अच्छा था कि और आपको फायदा हुआ इससे? सबको फायदा हुआ। विशाल, मेरे दूसरे क्वेश्चन पे जाइए। विशाल, दूसरे क्वेश्चन पे जाइए। जितने जो लोग इनके अगेंस्ट हैं उनके पास ब्लैक मनी है, तभी तो पीड़ा हो रही है उनको। तो आप इस फैसले से खुश हैं? बहुत खुश है, बहुत खुश है भैया। जी बिल्कुल, मैं आपको और लोगों के पास जी बोलो। जी जी, क्या कह रहे हो? जो ऐसा बोल करते हैं मोदी का फैसला सही है, उनको जेलस किया लोगों के साथ। आखिर में मोदी ने गरीब और अमीर को लड़ाया है, तंग किया को। आपको क्या, आपको इससे फायदा हुआ या नुकसान हुआ? फायदा किसी को भी नहीं हुआ, मेरे को किसी को भी नहीं फायदा हुआ। तो आपको मतलब इस फैसले से आप मतलब खुश नहीं है? नहीं, खुश नहीं है। आप क्या कहना चाहेंगे, आपको क्या फैसला लगा? आपको कैसा लगा फैसला? बढ़िया, बढ़िया लगा। आपको कुछ परेशानी हुई या क्या? परेशानी नहीं, कोई परेशानी नहीं, तो थोड़ा बहुत परेशानी हुई। तो आपको इससे फायदा हुआ या नुकसान हुआ, क्या हुआ? फायदा भी हो जाएगा, अभी नहीं हुआ है तो हो जाएगा। कुछ प्रॉब्लम्स आई घर में या फिर किसी तरीके की? छोटी मोटी जब भी आती है, अब भी आई है। हाँ, मगर खुश है फैसले से? हाँ, फैसले से। जी, और लोग भी हमारे साथ मौजूद हैं, मैं इनके पास आपको ले जाना चाहूंगा। कुछ लोग खुश भी हैं, कुछ लोग नहीं भी खुश हैं, और आपको लोगों से बातचीत कराना चाहूंगा जो आपको। एक मिनट विशाल, एक मिनट में एक बार दर्शकों ਨੂੰ ਦੱਸ ਦੇਣਾ ਚਾਹੁੰਦਾ ਮੈਂ, ਫਰੀਦਾਬਾਦ ਦੇ ਸੈਕਟਰ 11 ਤੋਂ ਇਸ ਟਾਈਮ ਲਾਈਵ ਕਰ ਰਹੇ ਹਾਂ, ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ। प्लीज गो अहेड विशाल। जी जी सर, आपको क्या लगा जो ये फैसला मोदी जी ने नोटबंदी के ऊपर लिया था, आप इस फैसले से खुश हैं या नहीं है? नोटबंदी का जो फैसला है वो तो अच्छा फैसला है, और वो सोच समझ के लिया हुआ ही फैसला है। और सबसे बड़ी बात इसमें ये दिखाई देती है कि भाई प्रधानमंत्री नरेंद्र मोदी जी की नीयत साफ है। ऐसा नहीं कि किसी पहले हम सुनते थे कि भाई तरह तरह के घोटाले हो रहे हैं, 2000 करोड़ खा गया, 3000 करोड़ खा गया, 20,000 करोड़ खा गया। वो करोड़ों खाने की बात नहीं होती, पॉलिसी लाना एक अलग बात है। कोई भी घर का मुखिया होता है, अच्छी सोच के साथ में काम करता है, बाकी के परिवार वालों को हो सकता है उस टाइम पे नुकसान दिखाई देता है, तो आगे चल के उम्मीद यही है कि आगे चल के इनके बहुत फायदे होंगे। कम से कम कोई घोटाले तो नहीं दिखाई दे रहे। आपको क्या लगा, मतलब इस फैसले से आपको कुछ कठिनाइयां आई या फिर किस तरीके? कठिनाइयां तो देखो किसी भी सच्चाई में कठिनाइयां तो दिखाई देती हैं, बाकी हमें ये लग रहा है, हालांकि जो परेशानी वाली बात है, तो परेशानी तो सबको होती ही होती है। किसी काम को करने के लिए अगर परेशानियां ना हो तो उसकी अच्छाइयों का मजा भी नहीं आएगा, पता भी नहीं चलेगा कि क्या अच्छाइयां हुई हैं। लेकिन जो उसके फ्यूचर आगे के जो दिखाई दे रही है कि भाई आगे कुछ फायदे हो सकती हैं, तो उसकी वजह से हम लोग खुश हैं। जी, आप क्या कहना चाहेंगे, आप इस फैसले से खुश हैं या नहीं है? मेरे खुश होने ना होने से क्या होता है, जनता से पूछने से होता है ना। आप भी जनता ही है, आप बता रहा हूँ। हाँ, जनता, सारी जनता परेशान है, किसान परेशान है, मजदूर परेशान है, सब लोग परेशान है। झुग्गी झोंपड़ी में लोग बाग गांव जा रहे हैं अपने वापस में, किसान की सब्जी नहीं बिक रही है और लोग बाग लाइनों में अभी तक खड़े हैं, लोग मर रहे हैं। हाँ, फायदा हुआ है, किसको फायदा हुआ है? रुपया का अगर बिना सोचे समझे प्लानिंग से कोई काम नहीं हुआ है। प्लानिंग से काम होता तो अच्छा था। मोदी की नीयत अच्छी है, मोदी अच्छा है, मोदी वैसे अच्छा है, मगर फैसला अच्छा है। फैसला क्या है, उसको लागू करने में दिक्कत रही है बहुत ज्यादा, सोच समझ के नहीं करा गया। अगर आपको नोट ही बदलने थे तो एटीएम में 500 का जो 1000 का नोट आया था, उन्होंने 1000 का 500 का जो बंद किया था, उनका साइज एक ही रहने देते, जिससे कि मशीनें जो ऑटोमेटिक अपने आप चलती रहती है। वो 2000 का नोट का 1000 का नोट का साइज होता, 500 का 500 का साइज होता, तो चलते रहते वो लोग, मशीनें बदलनी नहीं पड़ती, लोग परेशान नहीं होते। रात को 12-12 बजे लाइन में खड़े हैं लोग बाग। ब्लैक मनी आई है, ब्लैक मनी है, ऐसी बात नहीं हिंदुस्तान में ब्लैक मनी नहीं है, ब्लैक मनी है, ब्लैक मनी आ रही है। लेकिन इसका मतलब ये नहीं है कि सब लोग चोर हैं, जिस पे 2 लाख रुपए घर पे धरे, 3 लाख, सब चोर है। सब चोर नहीं है, कुछ चंद लोग चोर हैं। सागर 2 मगरमच्छों को मारने के लिए पूरी मछली को मारने की जरूरत नहीं है, पूरे तालाब की को।
जी बिल्कुल। मैं कुछ और लोगों के पास जानना चाहूंगा, आपका क्या, आप क्या सोचते हैं कि ये जो फैसला लिया गया ये कैसे लगा? नरेंद्र मोदी जी की जो नीयत है वो बड़ी साफ सुथरी है और वो देश का भला चाहते हैं, लेकिन इम्प्लीमेंटेशन में गड़बड़ हुई है। और कुछ लोग जो बेईमान लोग थे, बैंक के जो लोग थे, उन्होंने भी इसको इम्प्लीमेंटेशन में प्रॉब्लम क्रिएट करी है। और लेकिन नीयत साफ है, उसका भगवान की दया से अच्छी तरह से देश का भला हो जाए आगे को। तो ये फैसला कैसा लगा आपको जो मोदी फैसला? तो मोदी जी तो साफ सुथरे है, ये सब सारी दुनिया को पता है, लेकिन इम्प्लीमेंटेशन वो लोगों को पूरी अच्छी तरह से, मतलब जो बैंक के जो ऑफिसर थे उनको ढंग से वो नहीं कर पाए, उसमें थोड़ी प्रॉब्लम हुई है। प्रॉब्लम शायद खत्म हो जाएगी और आगे देश तरक्की करेगा। बिल्कुल। मैं और कुछ और जो हमारे साथ अंकल जी जुड़ चुके हैं, अंकल जी आपको कैसा लगा ये फैसला? मोदी जी का ये फैसला बहुत अच्छा है। इसमें जो लोग ये कहते हैं कि किसी जमींदार को नुकसान है, मजदूर को नुकसान है, किसान को नुकसान है, मजदूरों को नुकसान है, ऐसी कोई किसी को प्रॉब्लम नहीं है। इनको अपनी प्रॉब्लम है, ये अपनी प्रॉब्लम बताते हैं, आम पब्लिक को कोई नुकसान नहीं। चलिए, इन्होंने भी कुछ और अलग बताया, तो सबके जो थॉट्स हैं वो बहुत अलग हैं, सिमिलर किसी के थॉट्स नहीं है। आपका क्या मानना है, आप क्या चाहते हैं? ये फैसला बहुत अच्छा है, हमको तो कोई दिक्कत नहीं हो रही, पर जो झुग्गी झोपड़ी में लोग हैं, ये मर जा रहे हैं लाइन में खड़े खड़े, इनको भी तो दिक्कत है, इनको भी मिलना चाहिए ना। बिल्कुल बिल्कुल। छोटे बच्चे भी हैं जो भी हमारे साथ जुड़े हुए हैं, मगर जो मोदी साहब ने जो फैसला लिया था सर, मैं उसके बारे में कुछ कहना चाहूंगा कि 31 तारीख को जब उनका जो आप कह लीजिए स्पीच कह लीजिए या फिर कुछ भी कह लीजिए, उसे जो जिसका लोग वेट कर रहे थे, लोगों को मन में थोड़ा डर भी था कि 31 तारीख को कुछ नया कदम उठने वाला है, मगर मोदी साहब ने उसमें बहुत ही ज्यादा किसानों के लिए जागरूकता फैलाई है, किसानों के लिए बहुत अहम फैसला लिया, उनके ब्याज दरें बहुत घटा दी गई है, तो शायद किसानों को इससे बहुत ज्यादा बेनिफिट मिलेगा। और मैं अभी थोड़ी देर में आपको शायद बैंकों का भी दिखा सकूं कि बैंकों के बाहर जो भीड़ है वो कितनी कम है। जो मैं पहले लाइव कर रहा था उसमें जो भीड़ थी वो काफी हद तक थी, मगर जो अब भीड़ है वो शायद मैं आपको अभी थोड़ी देर बाद दिखा सकूं। विशाल, थैंक यू। बैंक्स और अगर कोई बिजनेस ओपन हो तो बिजनेस पर्सन से अगर आप हमारी बात करवा सकें, दैट विल बी वेरी ग्रेट। थैंक यू विशाल एंड टीम। मैं टेक्निकल टीम को कहूंगा कि विशाल हैज टू मूव ऑन, सो प्लीज लेट देम मूव ऑन टू अदर लोकेशन। मीनवाइल सतीश जी वापस ਤੁਹਾਡੇ ਤੇ ਆਉਂਦਾ ਵਾਂ। ਮੈਂ ਤੇ ਸੀਪੀ ਸਿੰਘ ਜੀ ਡੇਟਾ ਨੋਟ ਕਰ ਰਹੇ ਸੀ। ਲਗਭਗ ਜੇ ਗੱਲ ਕਰੀਏ 50-50 ਅਸੀਂ ਕਹਿ ਸਕਦੇ ਹਾਂ ਜਾਂ 60-40 ਦੀ ਰੇਸ਼ੀਓ ਵਾ ਕਿ 60% ਲੋਕ ਕਹਿ ਰਹੇ ਨੇ ਠੀਕ ਆ, 40% ਲੋਕ ਕਹਿ ਰਹੇ ਨੇ ਕਿ ਠੀਕ ਨਹੀਂ ਆ, ਪਰ ਜੋ ਲੋਕ ਇਹ ਕਹਿ ਰਹੇ ਨੇ ਕਿ ਠੀਕ ਨਹੀਂ ਆ ਫੈਸਲਾ, ਉਹਦੇ ਵਿੱਚ ਵੀ ਇਹ ਕਿਹਾ ਜਾ ਰਿਹਾ ਹੈ ਕਿ ਇੰਪਲੀਮੈਂਟੇਸ਼ਨ ਵਿੱਚ ਕਮੀ ਹੋਈ ਆ। ਇੱਕ ਖਾਸ ਕਰਕੇ ਜੇ ਲਗਭਗ 9 ਲੋਕਾਂ ਨਾਲ ਆਪਾਂ ਗੱਲ ਕੀਤੀ, ਇਹਨਾਂ ਦੀ ਗੱਲ ਕਰੀਏ ਤੇ ਇਹਨਾਂ ਦੇ ਮਨਾਂ ਵਿੱਚ ਮੋਦੀ ਸਾਹਿਬ ਦੀ ਛਵੀ ਸਾਫ਼ ਹੋਣ ਦੀ ਗੱਲ ਕੀਤੀ ਆ। ਸਬਦੀਪ ਜੀ ਤੁਹਾਡੇ ਤੋਂ ਆਉਣਾ ਚਾਹੂੰਗਾ। ਹਰਪ੍ਰੀਤ ਜੀ, ਗੱਲ ਇਹ ਹੈ ਕਿ ਜਿੰਨੇ ਵੀ ਲੋਕਾਂ ਦੇ ਨਾਲ ਅਸੀਂ ਚਰਚਾ ਕੀਤੀ ਹੈ, ਜੇ ਅਸੀਂ ਉਹਨਾਂ ਸਾਰਿਆਂ ਦੀਆਂ ਗੱਲਾਂ ਨੂੰ ਧਿਆਨ ਦੇ ਨਾਲ ਸੁਣਿਆ ਹੋਵੇ ਤਾਂ ਉਹਦੇ ਵਿੱਚ ਇੱਕ ਗੱਲ ਬਹੁਤ ਕਲੀਅਰ ਹੈ ਕਿ ਕੁਝ ਲੋਕਾਂ ਨੇ ਉਹਨੂੰ 100% ਗਲਤ ਕਿਹਾ। ਅਸੀਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਹੋ ਸਕਦਾ ਉਹ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਦੀ ਵਿਚਾਰਧਾਰਾ ਦੇ ਖਿਲਾਫ ਵਾਲੇ ਲੋਕ ਹੋਣ। ਜਿਨ੍ਹਾਂ ਲੋਕਾਂ ਨੇ ਖੁੱਲ੍ਹ ਕੇ ਸਮਰਥਨ ਵੀ ਕੀਤਾ, ਉਹਨਾਂ ਲੋਕਾਂ ਦੇ ਵਿੱਚੋਂ ਇੱਕ ਵੀ ਬੰਦਾ ਐਸਾ ਸਾਹਮਣੇ ਨਹੀਂ ਆਇਆ ਜਿਹਨੇ ਇਹ ਕਿਹਾ ਹੋਵੇ ਕਿ ਇਹ ਬਹੁਤ ਸੋਚ ਸਮਝ ਕੇ ਲਿਆ ਗਿਆ ਫੈਸਲਾ ਹੈ। ਈਵਨ ਕਈ ਲੋਕਾਂ ਨੇ ਤਾਂ ਇਸ ਹੱਦ ਤੱਕ ਗੱਲ ਕੀਤੀ ਹੈ ਕਿ ਜਿਹੜੇ ਲੋਕ ਗਰੀਬਾਂ ਦੀਆਂ ਪਰੇਸ਼ਾਨੀਆਂ ਦੀ ਗੱਲ ਕਰਦੇ ਨੇ, ਕਿਸਾਨਾਂ ਦੀਆਂ ਪਰੇਸ਼ਾਨੀਆਂ ਦੀ ਗੱਲ ਕਰਦੇ ਨੇ, ਦਰਅਸਲ ਉਹ ਆਪਣੀਆਂ ਪਰੇਸ਼ਾਨੀਆਂ ਦੀਆਂ ਗੱਲ ਕਰਦੇ ਨੇ। ਦੇਸ਼ ਦੇ ਵਿੱਚ ਕੋਈ ਵੀ ਜਿਹੜਾ ਬੰਦਾ ਉਹ ਪਰੇਸ਼ਾਨ ਨਹੀਂ ਹੈ। ਜੇ ਕੋਈ ਇਸ ਤਰੀਕੇ ਦੇ ਨਾਲ ਸੋਚਦਾ, ਇਹਦਾ ਮਤਲਬ ਇਹੀ ਨਿਕਲਦਾ ਕਿ ਅਸੀਂ ਜੋ ਹਕੀਕੀ ਦੁਨੀਆ ਵਾ ਉਹਦੇ ਤੋਂ ਬਾਹਰ ਰਹਿ ਕੇ ਫੈਸਲੇ ਲੈਣ ਦੀ ਜਾਂ ਸੋਚਣ ਦੀ ਗੱਲ ਕਰਦੇ ਆ। ਹਕੀਕਤ ਤਾਂ ਆਸਾਨੀ ਨਾਲ ਸਮਝ ਆ ਜਾਣੀ ਚਾਹੀਦੀ ਹੈ ਕਿ 86% ਦੀ ਕਰੰਸੀ ਬਾਹਰ ਚਲੀ ਜਾਵੇ, 14% ਦੀ ਬਾਕੀ ਬਚ ਜਾਵੇ ਤਾਂ ਕਿਵੇਂ ਸੰਭਵ ਹੈ ਕਿ ਸਾਰਾ ਕੁਝ ਠੀਕ ਠਾਕ ਚੱਲ ਸਕਦਾ। ਜੇ ਸਾਰਾ ਕੁਝ ਠੀਕ ਠਾਕ 14% ਨਾਲ ਜਾਂ 2000 ਦਾ ਨੋਟ ਜਿੰਨਾ ਵੀ ਛਪ ਕੇ ਆਇਆ 20% ਹੋਏਗੀ ਕੁੱਲ ਕਰੰਸੀ। ਜੇ 20% ਨਾਲ ਕੰਮ ਚੱਲ ਸਕਦਾ ਤਾਂ ਫਿਰ ਬਾਕੀ ਦੀ 80% ਦੀ ਕਰੰਸੀ ਦੀ ਸਾਨੂੰ ਜ਼ਰੂਰਤ ਹੀ ਕੀ ਹੈ ਕਿ ਅਸੀਂ ਉਹਨੂੰ ਪ੍ਰਿੰਟ ਕਰੀਏ। ਜੇ ਹਾਲੇ ਵੀ ਅਸੀਂ ਉਹਨੂੰ ਪ੍ਰਿੰਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਹਾਲੇ ਵੀ ਅਸੀਂ ਵੱਖੋ ਵੱਖਰੇ 4 ਦੇਸ਼ਾਂ ਦੇ ਨਾਲ ਸੰਪਰਕ ਸਾਧਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਭਾਰਤੀ ਕਰੰਸੀ ਨੂੰ ਛਾਪ ਦੇਣ।
ਤਾਂ ਇਹਨਾਂ ਚੀਜ਼ਾਂ ਦੀ ਤਾਂ ਫਿਰ ਜ਼ਰੂਰਤ ਹੀ ਕੋਈ ਨਹੀਂ ਰਹਿ ਜਾਂਦੀ ਬਕਾਇਆ। ਅਸਲ ਦੇ ਵਿੱਚ ਤੇ ਰਿਐਲਿਟੀ ਇਹ ਆ ਕਿ ਸਾਡੇ ਦੇਸ਼ ਦੇ ਵਿੱਚ ਜਿਵੇਂ ਅੰਕੜੇ ਸਾਨੂੰ ਦੱਸਦੇ ਨੇ ਕਿ 1,34,000 ਬੈਂਕ ਆ, ਲਗਭਗ 2.5 ਲੱਖ ATM ਆ ਔਰ 125 ਕਰੋੜ ਦਾ ਇਹ ਮੁਲਕ ਹੈ ਜਿਹਦੇ ਵਿੱਚ ਬਹੁਤ ਵੱਡਾ ਹਿੱਸਾ ਪਿੰਡਾਂ ਦੇ ਵਿੱਚ ਆ। ਗੱਲ ਕਰੀਏ ਤਾਂ 40 ਕਰੋੜ ਲੋਕ ਨੇ ਜਿਹੜੇ ਨੈਟ ਰਾਹੀਂ ਆਪਣੀ ਜੁੜੇ ਹੋਏ ਨੇ ਔਰ 40 ਕਰੋੜ ਨੂੰ ਵੀ ਨੈਟ ਦੀ ਸਪੀਡ ਸੇਮ ਨਹੀਂ ਮਿਲਦੀ। ਉਹ ਸਾਰੇ ਦੇ ਸਾਰੇ ਚੰਡੀਗੜ੍ਹ ਮੋਹਾਲੀ ਵਾਲੀ ਸਪੀਡ ਨਾਲ ਦੇਸ਼ ਦੇ ਵਿੱਚ ਨਹੀਂ ਵਿਚਰ ਸਕਦੇ। ਇਸ ਕਰਕੇ ਅਸੀਂ ਇਹ ਗੱਲ ਪਹਿਲਾਂ ਸੋਚ ਲਈਏ ਕਿ ਅਸੀਂ ਜੇ ਭਾਰਤ ਸਰਕਾਰ ਕਾਲੇ ਧਨ ਤੋਂ ਸਿੱਧੀ ਕੈਸ਼ਲੈਸ ਤੇ ਚਲ ਗਈ ਔਰ ਕੈਸ਼ਲੈਸ ਦੀ ਵੀ ਉਹਦੇ ਕੋਲੇ ਅੱਗੇ ਪੂਰੇ ਪ੍ਰਬੰਧ ਨਹੀਂ ਆ, ਤਾਂ ਇਹ ਜਿਵੇਂ ਫੈਸਲਾ ਬਿਨਾਂ ਸੋਚੇ ਸਮਝੇ ਲਿਆ ਗਿਆ ਉਵੇਂ ਕੈਸ਼ਲੈਸ ਦਾ ਪ੍ਰਚਾਰ ਵੀ ਬਿਨਾਂ ਸੋਚੇ ਸਮਝੇ ਕੀਤਾ ਗਿਆ। ਪਹਿਲਾਂ ਇਹ ਪ੍ਰਚਾਰ ਕੀਤਾ ਗਿਆ ਪੱਥਰਬਾਜ਼ੀ ਹਟ ਗਈ, ਪਰ ਕਿਸੇ ਨੇ ਨਹੀਂ ਦੱਸਿਆ 8 ਨਵੰਬਰ ਤੋਂ ਪਹਿਲਾਂ ਜੰਮੂ ਕਸ਼ਮੀਰ 'ਚ ਕਿੰਨੀ ਕੁ ਪੱਥਰਬਾਜ਼ੀ ਹੋ ਰਹੀ ਸੀ। 10 ਦਿਨ ਪਹਿਲਾਂ, 15 ਦਿਨ ਪਹਿਲਾਂ, ਈਵਨ ਮਹੀਨਾ ਪਹਿਲਾਂ ਕੁਝ ਚੀਜ਼ਾਂ ਨੂੰ ਐਵੇਂ ਪ੍ਰਚਾਰ ਦਿੱਤਾ ਗਿਆ। ਔਰ ਆਤੰਕਵਾਦ ਦੇ ਪ੍ਰਸੰਗ ਤੇ ਗੱਲ ਕਰੀਏ ਤੇ ਘੱਟੋ ਘੱਟ ਜੰਮੂ ਕਸ਼ਮੀਰ ਜਿਹਨੂੰ ਸਭ ਤੋਂ ਵੱਡਾ ਗੜ੍ਹ ਮੰਨਿਆ ਗਿਆ ਆਤੰਕਵਾਦ ਦਾ, ਉਹਨੇ ਇਹ ਸਾਬਤ ਕੀਤਾ ਕਿ ਇਸ ਗੱਲ ਨਾਲ ਕੋਈ ਬਹੁਤਾ ਕੰਟਰੋਲ ਨਹੀਂ ਹੋਇਆ। ਜੇ ਕਾਲੇ ਧਨ ਦੀ ਗੱਲ ਕਰੀਏ, ਮੈਂ ਕਹਿੰਦਾ ਮੈਨੂੰ ਕਹਿਣ ਦੀ ਜ਼ਰੂਰਤ ਨਹੀਂ, ਮੇਰੇ ਪ੍ਰਧਾਨ ਮੰਤਰੀ ਨੇ ਨਹੀਂ ਕਿਹਾ ਕਿ ਕਾਲਾ ਧਨ ਬਾਹਰ ਆ ਚੁੱਕਾ। ਉਹਨੇ ਇਹ ਕਿਹਾ, ਇਹ ਵੱਧ ਤੋਂ ਵੱਧ ਇੰਨਾ ਹੀ ਕਿਹਾ ਕਿ ਕੋਈ ਗੱਲ ਨਹੀਂ, ਹੁਣ ਮੈਨੂੰ ਥੋੜਾ ਹੋਰ ਸਮਾਂ ਦੇ ਦਿਓ। ਇਸ ਤੋਂ ਵੱਧ ਉਹਨੇ ਕੁਝ ਨਹੀਂ ਮੰਗਿਆ। ਵੱਧ ਤੋਂ ਵੱਧ ਅਸੀਂ ਇਹ ਕਹਿ ਸਕਦੇ ਹਾਂ ਕਿ ਦਾਅਵੇ ਕਰਨ ਦੀ ਬਜਾਏ ਉਹਨਾਂ ਨੇ ਇੱਕ ਮਿੰਨੀ ਬਜਟ ਪੇਸ਼ ਕਰ ਦਿੱਤਾ 31 ਦਸੰਬਰ ਦੀ ਰਾਤ ਨੂੰ, ਹੋਰ ਕੁਝ ਨਹੀਂ ਕੀਤਾ ਗਿਆ। प्लीज एक बार टोकना चाहूंगा, कुछ कॉलर जुड़े हुए ने, मैं काफी टाइम तो कॉल नहीं ले पाया, पर एक चीज मैं कॉलों ते जान तो पहला एक चीज जरूर तुहाडे नाल साझी करना चाहूंगा। थोड़े दिन पहला ही एक रैंकिंग आई सी इंटरनेट स्पीड दी वर्ल्ड वाइड रैंकिंग, जिहदे विच कि इंडिया दा नंबर 96 सी। मैं फिर तो रिपीट करदा, 96th रैंक मिलिया वा इंडिया नू इंटरनेट स्पीड रैंकिंग दे विच। बांग्लादेश, नेपाल, श्रीलंका वर्गे कंट्री भी इंडिया तो अगे सी। सब तो पहला लास्ट 4 नंबर ने जी 8408। हेलो सत श्री अकाल जी, 8408। सत श्री अकाल सर, अपना नाम जरूर दस्सिओ। हेलो हाँ जी, सत श्री अकाल जी, मैं हरपाल बोल रहा जी। मैं ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀਆਂ ਕਾਲਰ ਤੁਹਾਡੇ ਰਿਪੋਰਟਰ ਨੇ ਲਈਆਂ ਸੀਗੀਆਂ ਉਹ ਵੀ ਮੈਂ ਵੀ ਧਿਆਨ ਨਾਲ ਸੁਣੀਆਂ। ਸਰਦੀਪ ਜੀ ਨੂੰ ਜਾਂ ਸੁਣਾਈ ਧਿਆਨ ਨਾਲ ਨਹੀਂ ਚੰਗੀ ਤਰ੍ਹਾਂ ਦਿੰਦਾ, ਜਾਂ ਉਹ ਜਾਣਬੁੱਝ ਕੇ ਇਗਨੋਰ ਕਰ ਰਹੇ ਨੇ। ਉਹਨਾਂ ਦੇ ਵਿੱਚੋਂ ਬੈਠੇ ਲੋਕਾਂ ਨੇ ਕਿਹਾ, ਬਕਾਇਦਾ ਕਿਹਾ ਕਿ ਸਾਨੂੰ ਥੋੜ੍ਹੀਆਂ ਬਹੁਤੀਆਂ ਦਿੱਕਤ ਹੈਗੀਆਂ ਪਰ ਕੋਈ ਪ੍ਰੋਬਲਮ ਨਹੀਂ ਔਰ ਇਹ ਲੌਂਗ ਟਰਮ ਫੈਸਲਾ ਆ। ਸਰਦੀਪ ਜੀ ਜਾਣਬੁੱਝ ਕੇ ਇਹਨਾਂ ਚੀਜ਼ਾਂ ਨੂੰ ਇਗਨੋਰ ਕਰ ਰਹੇ ਨੇ। ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਅੱਤਵਾਦ ਤੇ ਲਗਾਮ ਪਈ ਆ, ਪੱਥਰਵਾਦਾਂ ਨੂੰ ਪੈਸੇ ਨਹੀਂ ਮਿਲ ਰਹੇ ਜਾਂ ਮੁਆਇਰ ਨੂੰ ਪੈਸੇ ਨਹੀਂ ਮਿਲ ਰਹੇ, ਉਹਨਾਂ ਦੀ ਕੈਸ਼ ਟ੍ਰਾਂਜੈਕਸ਼ਨ ਦੇ ਵਿੱਚ ਪ੍ਰੋਬਲਮ ਹੋਈ ਆ ਤੇ ਉਹਨਾਂ ਦੀਆਂ ਘਟਨਾਵਾਂ ਘੱਟ ਹੋਈਆਂ। ਤੇ ਸਰਦੀਪ ਜੀ ਕਹਿੰਦੇ ਤਾਂ ਕਿਸੇ ਨੇ ਕਿਹਾ ਹੀ ਨਹੀਂ ਹੈਗਾ, ਜਾਂ ਤਾਂ ਇਹਨਾਂ ਨੂੰ ਸੁਣਦਾ ਨਹੀਂ ਹੈਗਾ ਜਾਂ ਸਮਝਣ ਦੀ ਪ੍ਰੋਬਲਮ ਹੈਗੀ ਆ ਗੱਲਾਂ ਜੀ। ਨੰਬਰ 2 ਤੇ ਕੈਸ਼ਲੈਸ ਟ੍ਰਾਂਜੈਕਸ਼ਨ ਜਿਹੜੀ ਕਾਲਾ ਧਨ ਦੀ ਗੱਲ ਆ ਉਹ 4000 ਕਰੋੜ ਦੇ ਲਾਗੇ ਚਾਗੇ ਪਰਸੋਂ ਹੀ ਫਿਗਰ ਸੀ। ਆਮ ਨੋਟ ਸ਼ੋਰ ਬਟ ਇੰਨੀ ਕੁ ਫਿਗਰ ਉਹਨਾਂ ਨੇ ਦੱਸ ਦਿੱਤੀ ਹੈਗੀ ਆ ਕਿ ਇਟ ਕੀਪ ਔਨ ਕਮਿੰਗ। ਤੇ ਆਉਣ ਵਾਲੇ ਟਾਈਮ ਦੇ ਵਿੱਚ ਉਹ ਕਾਲਾ ਧਨ ਕੋਈ ਕਾਲੇ ਰੰਗ ਦਾ ਧਨ ਨਹੀਂ ਹੋ ਜਾਂਦਾ, ਉਹ ਪੂਰਾ ਇਨਕੁਆਇਰੀਆਂ ਹੁੰਦੀਆਂ, ਪੂਰੀ ਡਿਸਕਲੋਜ਼ਰ ਹੁੰਦੇ, ਉਸ ਤੋਂ ਬਾਅਦ ਉਹ ਕਾਲਾ ਧਨ ਨੂੰ ਡਿਸਕਲੋਜ਼ ਹੁੰਦਾ, ਉਹ ਰੰਗ ਦੇ ਹਿਸਾਬ ਨਾਲ ਕਾਲਾ ਨਹੀਂ ਹੋ ਜਾਂਦਾ। ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਟਾਈਮ ਬਾਉਂਡ ਥੋੜੇ ਟਾਈਮ ਦੇ ਤੋਂ ਬਾਅਦ ਡਿਸਕਲੋਜ਼ ਹੋ ਗਈਆਂ। ਬਾਕੀ ਗੱਲ ਹੈ ਕਿ ਕੈਸ਼ਲੈਸ ਟ੍ਰਾਂਜੈਕਸ਼ਨ ਦੀ ਇੰਡਸਟਰੀ, ਮੈਂ ਕਈਆਂ ਇੰਡਸਟਰੀ ਨੂੰ ਜਾਣਦਾ, ਫਿਰ ਵੀ ਚਾਹੋ ਤਾਂ ਮੈਂ ਨਾਮ ਵੀ ਦੱਸ ਦਿੰਦਾ। ਉਹਨਾਂ ਦੀ ਆਟੋ ਟ੍ਰਾਂਜੈਕਸ਼ਨ ਹੋ ਗਈਆਂ ਜੀ, ਜਿੱਦਾਂ ਇੱਥੇ ਕੈਨੇਡਾ ਦੇ ਵਿੱਚ ਹੁੰਦੀਆਂ 30 ਦਿਨਾਂ ਦੇ ਬਾਅਦ ਪੇਮੈਂਟ ਜਾਂ 60 ਦਿਨਾਂ ਦੇ ਬਾਅਦ ਪੇਮੈਂਟ ਜਾਂ 90 ਦਿਨਾਂ ਦੇ ਬਾਅਦ ਪੇਮੈਂਟ। ਆਟੋ ਟ੍ਰਾਂਜੈਕਸ਼ਨ ਵੀ ਸ਼ੁਰੂ ਹੋ ਗਈਆਂ ਔਰ ਲੋਕੀ ਕਰ ਵੀ ਰਹੇ ਆ, ਕੋਸ਼ਿਸ਼ ਵੀ ਕਰ ਰਹੇ ਆ। ਕਈ ਲੋਕੀ ਖੁਸ਼ ਵੀ ਹੈਗੇ ਇਸ ਚੀਜ਼ ਤੋਂ, ਕਈ ਲੋਕਾਂ ਨੂੰ ਪ੍ਰੋਬਲਮ ਵੀ ਆ ਰਹੀ ਆ। ਇਵੈਂਚੁਅਲੀ ਦੇਖੋ ਇਹ ਕਰਨਾ ਹੀ ਪੈਣਾ ਸੀ। ਪੰਜਾਬੀ ਦੀ ਕਹਾਵਤ ਹੈ ਨਾ, ਬਿੱਲੀ ਗੱਲ ਕੱਲੀ ਕੌਣ ਬੰਨੂ, ਉਹ ਕਿਸੇ ਨਾ ਕਿਸੇ ਨੂੰ ਤਾਂ ਬਿੱਲੀ ਦੀ ਗੱਲ ਕੱਲੀ ਬੰਨਣੀ ਹੀ ਪੈਣੀ ਸੀ। ਤੇ ਹੁਣ ਮੋਦੀ ਨੇ ਬੰਨ੍ਹਤੀ ਹੈ ਤਾਂ ਦੇਖੋ ਹੁਣ ਇਹਦਾ ਇਫੈਕਟ ਪਊਗਾ। ਸ਼ਾਇਦ ਸਰਦੀਪ ਜੀ ਉਹਨੂੰ ਇਸ ਗੱਲ ਨੂੰ ਪਹੁੰਚਾਈ ਨਹੀਂ ਪਾ ਰਹੇ ਕਿ ਇੰਡੀਆ ਕਦੀ ਕੈਸ਼ਲੈਸ ਨਾ ਹੋਵੇ ਜਾਂ ਇੰਡੀਆ ਕਦੀ ਔਨਲਾਈਨ ਟ੍ਰਾਂਜੈਕਸ਼ਨ ਨਾ ਕਰੇ। ਸਰਦੀਪ ਜੀ ਵਰਗੇ ਬੰਦੇ ਹਮੇਸ਼ਾ ਕੈਸ਼ ਤੇ ਹੀ ਜਾਣਾ ਚਾਹੁੰਦੇ, ਮੇਰਾ ਖਿਆਲ ਉਹ ਕੈਸ਼ ਹੀ ਉਹਨਾਂ ਨੂੰ ਮੁਬਾਰਕ ਰਹੇ। ਤੇ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗ ਜੂਗਾ ਜੀ ਕੀ ਇਹਦਾ ਇਫੈਕਟ ਹੈਗਾ, ਚੰਗਾ ਜਾਂ ਮਾੜਾ, ਕੋਈ ਕੁਛ ਵੀ ਹੈਗਾ। ਥੈਂਕ ਯੂ ਸਰ। ਵਧੀਆ ਸ਼ੁਰੂਆਤ ਹੈ ਜੀ, ਕਿਸੇ ਨਾ ਕਿਸੇ ਨੂੰ ਤਾਂ ਕਰਨੀ ਹੀ ਪੈਣੀ ਸੀ ਜੀ ਇਹ ਸ਼ੁਰੂਆਤ। ਬਾਕੀ ਥੈਂਕ ਯੂ ਸਰ। ਸਰਦੀਪ ਜੀ ਨੇ ਇੱਕ ਗੱਲ ਕਹੀ ਕਿ 86% ਜਿਹੜੀ ਕਰੰਸੀ ਆ
ਉਹ ਤੁਸੀਂ ਜ਼ੀਰੋ ਕਰ ਦਿਓ। ਸੁਖਬੀਰ ਜੀ ਨੂੰ ਮੈਂ ਇੱਕ ਗੱਲ ਕਹਿ ਦੇਣਾ ਚਾਹੁੰਦਾ ਕਿ 86% ਕਰੰਸੀ ਦੇ ਵਿੱਚੋਂ 40% ਕਰੰਸੀ ਤਾਂ ਆਲਰੇਡੀ ਡੈਡ ਕਰੰਸੀ ਸੀਗੀ, ਆਲਰੇਡੀ ਕਦੀ ਮਾਰਕੀਟ ਦੇ ਵਿੱਚ ਆਈ ਨਹੀਂ ਸੀ ਛਪਣ ਤੋਂ ਬਾਅਦ। ਅਰਾਊਂਡ 40% ਉਹ ਗੱਡੀ ਫਾਰਮ ਤੇ ਸੀਗੀ, ਪੈਕ ਕਰੰਸੀ ਸੀ, ਇੱਦਾਂ ਹੀ ਡੰਪ ਹੋਈ ਸੀ। ਇਸ ਕਰਕੇ ਆਪਣੇ ਡਾਟੇ ਥੋੜ੍ਹੀ ਜਿਹੀ ਉਹਨਾਂ ਨੂੰ ਕਹਿ ਦਿਓ ਕਲੀਅਰ ਕਰ ਲੈਣ ਤੇ ਅੱਗੇ ਤੋਂ ਥੋੜਾ ਸੋਚ ਸਮਝ ਕੇ ਬੋਲਣ ਜੀ। ਥੈਂਕ ਯੂ ਸਰ। ਮੈਂ ਇੱਕ ਵਾਰ ਹਰਪਾਲ ਜੀ ਤੁਹਾਨੂੰ ਰਿਕੁਐਸਟ ਕਰਨਾ ਚਾਹੁੰਦਾ, ਜਿੱਦਾਂ ਤੁਹਾਨੂੰ ਸਾਡੇ ਸ਼ੋਅ ਵਿੱਚ ਬੋਲਣ ਦਾ ਹੱਕ ਆ, ਸਬਦੀਸ਼ ਜੀ ਨੂੰ ਵੀ ਓਨਾ ਹੀ ਹੱਕ ਆ, ਉਹਨਾਂ ਦੇ ਆਪਣੇ ਵਿਚਾਰ ਨੇ, ਉਹਨਾਂ ਦੀ ਆਪਣੀ ਸੋਚ ਆ। ਨੈਕਸਟ ਕਾਲਰ 6855। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਹਾਂਜੀ ਸਰ, ਕੀ ਕਹਿਣਾ ਚਾਹੋਗੇ? ਸਿਸਟਮ ਗਲਤ ਹੈ ਜੀ। ਇਹਦਾ ਅਸਰ ਪਿਆ ਗਰੀਬ ਆਦਮੀ ਤੇ, ਜਿਹੜਾ ਪਿੰਡ ਦੀ ਦਿਹਾੜੀ ਲਾਉਂਦਾ ਹੈ ਉਹ ਜਾ ਕੇ ਤੁਸੀਂ ਇਹ ਦੱਸੋ ਵੀ ਉਹ ਬੈਂਕਾਂ ਜਾ ਕੇ ਪੈਸੇ ਕਢਾਉਣ ਜਾਊਗਾ, ਜਿਹੜੇ ਅੱਜ ਦਿਹਾੜੀ ਕਿਤੇ ਕਰਨੀ, ਕੱਲ੍ਹ ਨੂੰ ਕਿਤੇ ਕਰਨੀ। ਇਸ ਸਿਸਟਮ ਗਲਤ ਹੈ। ਦੂਜਾ ਇੱਕ ਸ਼ੁਕਰੀਆ, ਤੁਸੀਂ ਜਿਹੜੀ ਮਲੂਕਾ ਸਾਹਿਬ ਦੀ ਇੰਟਰਵਿਊ ਦਿਖਾਤੀ ਹੈ ਸਾਨੂੰ ਲੋਕਾਂ ਨੂੰ, ਇਹ ਤਾਂ ਭਗਵੰਤ ਮਾਨ ਜੀ ਦਿਖਾਉਣੇ ਹੈ ਵੀ, ਉਹ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਭਾਜੀ। ਓਕੇ ਜੀ, ਥੈਂਕ ਯੂ। I'm not sure ਕਿਹੜੀ ਇੰਟਰਵਿਊ ਦੀ ਗੱਲ ਕਰ ਰਹੇ ਸੀ, ਪਰ ਨੈਕਸਟ ਕਾਲਰ ਨੇ 2074। ਹਾਂ ਵੀਰ ਜੀ, ਸਤਿ ਸ਼੍ਰੀ ਅਕਾਲ ਸਾਰੀ ਟੀਮ ਨੂੰ। ਪਹਿਲਾਂ ਤਾਂ ਮੈਂ ਬੋਲਣਾ ਜੀ ਕੈਲਗਰੀ ਤੋਂ। ਸਤਿ ਸ਼੍ਰੀ ਅਕਾਲ ਸਰ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਸਰ, ਪਲੀਜ਼ ਗੋ ਹੈਡ ਸਰ। ਮੇਰੇ ਦੋ ਤਿੰਨ ਕੁਐਸਚਨ ਆ ਜੀ। ਇੱਕ ਤਾਂ ਜੇ ਮੋਦੀ ਨੂੰ ਇੰਨਾ ਸੀ ਮੈਂ ਕਾਲਾ ਧਨ ਬਾਹਰ ਕਰਨਾ, ਇਹ ਰਾਹੁਲ ਗਾਂਧੀ ਨੇ ਵੀ ਇਹਨੂੰ ਕਿਹਾ ਸੀ 6 ਮੰਥ ਦਾ ਨਾ, ਜਿਹੜੇ ਤੁਹਾਡੇ ਆਪਣੇ MLA MP ਆ ਵੀ ਉਹਨਾਂ ਦੇ 6 ਮਹੀਨੇ ਤੋਂ ਅਕਾਊਂਟ ਚੈੱਕ ਕਰੋ, ਕਿਉਂਕਿ ਪਹਿਲਾਂ ਲੀਕ ਹੋ ਗਈ ਸੀ ਇਹ ਚੀਜ਼। ਮੈਂ ਪਹਿਲਾਂ ਵੀ ਕਿਹਾ ਸੀ ਇੱਕ ਚੋਣ ਸਟੰਟ ਹੈ ਇਹ ਵੀਰੋ, ਇਹਨੇ ਇਲੈਕਸ਼ਨ ਆ ਜਿਹੜੀਆਂ ਸਾਰੇ ਬਾਕੀਆਂ ਤੇ ਮੋਰਚਾ ਮਾਰਨਾ ਹੈਗਾ। ਇਹਦੀ ਲਪੇਟ ਚ ਪਤਾ ਕੌਣ ਆਏ ਨੇ? ਤੁਸੀਂ ਮੀਡੀਆ, ਮੈਂ ਤਾਂ ਆਮ ਜਿਹਾ ਬੰਦਾ ਹੈਗਾ। ਇਹਦੀ ਜ਼ਿਆਦਾ ਬਿਲਡਰ ਆਏ ਨੇ ਜਾਂ ਵਕੀਲ ਆਏ ਨੇ ਜਾਂ ਜਿਹੜਾ ਇਹਦੇ ਥੋੜੇ ਬਾਅਦ ਜਿਹੜੇ ਵਿਰੁੱਧ ਬੋਲਣ ਵਾਲੇ ਸੀ ਉਹ ਆਏ ਨੇ। ਤੁਸੀਂ ਦੇਖੋ ਪੰਜਾਬ ਦੇ ਵਿੱਚ ਜਿਹੜੇ DSP SP ਕਿੰਨੀ ਰਿਸ਼ਵਤ ਲੈਂਦੇ ਆ, ਕਿੰਨਾ ਧਨ ਪਿਆ ਹੋਊਗਾ। ਕਿਸੇ ਨੂੰ ਪੰਜਾਬ 'ਚ ਹੱਥ ਪਾਇਆ ਇਹਨਾਂ ਨੇ, ਕਿਸੇ ਨੂੰ ਆਪਣੇ ਬੰਦਿਆਂ ਨੂੰ ਹੱਥ ਪਾਇਆ ਇਹਨਾਂ ਨੇ। ਇਹ ਤਾਂ ਮੈਂ ਤਾਂ ਚੋਣ ਸਟੰਟ ਸਮਝਦਾ ਜੀ ਇਹਨਾਂ ਦਾ। ਮਕੀਨ ਨੇ ਕਹਿੰਦਾ ਮੇਰੇ ਵੀਰ ਆਪਣੇ ਤੁਹਾਡੇ ਨਾਲ ਬਹੁਤ ਜੁੜੇ ਆ, ਬਹੁਤ ਇਸੇ ਤਰ੍ਹਾਂ ਸੇਵਾ ਕਰਦੇ ਰਹੇ। ਉਹ ਜਿਹੜੇ ਕੋਲ ਥੋੜਾ ਜਿਹਾ ਲੈਂਦੇ ਆ ਨਾ, ਤੁਸੀਂ ਇੱਕ ਸਾਈਡ ਬਿਲਕੁਲ ਨਹੀਂ ਲੈਂਦੇ। ਮੈਂ ਤੁਹਾਡਾ ਰੋਜ਼ ਪ੍ਰੋਗਰਾਮ ਦੇਖਦਾ, ਥੋੜਾ ਜਿਹਾ ਲੋਕ ਕੋਈ ਨਹੀਂ ਗੁੱਸੇ ਜਾ ਕੇ ਕਹਿ ਗੁੰਦੇ ਆ ਮੇਰੇ ਵੀਰ ਸੇਵਾ ਕਰਦੇ ਰਹੋ। ਬਹੁਤ ਬਹੁਤ ਥੈਂਕ ਯੂ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸਰ। ਅਜੀਤ ਜੀ ਐਂਡ CP ਸਿੰਘ ਜੀ, ਤੁਹਾਨੂੰ ਕਾਫੀ ਟਾਈਮ ਤੋਂ ਟਾਈਮ ਨਹੀਂ ਮਿਲਿਆ, ਪਲੀਜ਼ ਗੋ ਹੈਡ। ਦੇਖੋ ਹਰਪ੍ਰੀਤ ਜੀ, ਪਹਿਲੀ ਗੱਲ ਇਹ ਹੈ ਕਿ ਜਿੰਨੀ ਵੀ ਕਰਪਸ਼ਨ ਹੁੰਦੀ ਹੈ, ਜਿਹੜੀ ਕਿ ਅੱਜ ਹਿੰਦੁਸਤਾਨ ਦਾ ਸਭ ਤੋਂ ਵੱਡਾ ਕੋੜ ਔਰ ਸਰਾਪ ਮੰਨਿਆ ਜਾਂਦਾ, ਉਹ ਅਨਵਿਜ਼ੀਬਲ ਮਨੀ 'ਚ ਹੁੰਦੀ ਹੈ। ਉਸ ਕੈਸ਼ ਵਿੱਚ ਹੁੰਦੀ ਹੈ ਜਿਹੜਾ ਅਕਾਊਂਟ ਬੈਂਕਾਂ ਵਿੱਚ ਨਹੀਂ, ਗੱਡੀਆਂ ਦੇ ਵਿੱਚ ਪਿਆ ਹੁੰਦਾ, ਗੋਦਾਮਾਂ 'ਚ ਪਿਆ ਹੁੰਦਾ, ਚਾਹੇ ਉਹ ਛੋਟੀ ਹੈ ਚਾਹੇ ਵੱਡੀ ਹੈ। ਠੀਕ ਹੈ। ਸੋ ਜੇ ਉਸ ਨੂੰ ਨੱਥ ਪਾਉਣੀ ਹੈ ਤਾਂ ਪਹਿਲੀ ਗੱਲ ਹੈ ਕਿ ਜਿਹੜਾ ਪੈਸਾ ਹੈ ਉਹਦੀ ਟ੍ਰਾਂਜੈਕਸ਼ਨ ਬੈਂਕਾਂ ਦੇ ਰਾਹੀਂ ਹੋਵੇ। ਇਹ ਠੀਕ ਹੈ ਕਿ 100% ਕਿਸੇ ਵੀ ਬੁਰਾਈ ਦੀ ਜੜੋਂ ਨਹੀਂ ਵੱਢੀ ਜਾ ਸਕਦੀ, ਕੁਝ % ਰਹਿ ਜਾਂਦੀ ਹੈ। ਪਰ ਇਹਦੇ ਨਾਲ ਆਪਾਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਜੇ ਵੀ ਅਨਵਿਜ਼ੀਬਲ ਮਨੀ ਹੈ ਜਿਹੜਾ ਉਹ ਵਿਜ਼ੀਬਲ ਹੋ ਜਾਏ ਬੈਂਕਾਂ 'ਚ ਆ ਕੇ, ਤਾਂ ਬਹੁਤ ਵੱਡੇ ਪੱਧਰ ਤੱਕ ਇਸ ਚੀਜ਼ ਨੂੰ ਜਿਹੜੀ ਹੈਗੀ ਕਰਪਸ਼ਨ ਨੂੰ ਨੱਥ ਪਾਈ ਜਾ ਸਕਦੀ ਹੈ। ਦੂਸਰੀ ਗੱਲ ਇਹ ਹੈ ਕਿ ਆਲੋਚਨਾ ਤੇ ਹੋ ਰਹੀ ਹੈ। ਹੁਣ ਤੁਸੀਂ ਵੀ ਗੱਲ ਕੀਤੀ ਹੈ ਕਿ 90-91 ਸਥਾਨ ਦੇ ਉੱਤੇ ਹੈਗੀ ਡਾਟਾ ਸਪੀਡ ਦੇ ਵਿੱਚ ਜਿਹੜਾ ਹੈਗਾ ਇੰਡੀਆ। ਪਰ ਕਿਆ ਇਹ 2 ਸਾਲ 'ਚ ਸਾਰਾ ਕੁਝ ਹੋਣਾ ਸੀ? ਜਦੋਂ ਜਿਹੜੇ ਲੋਕੀ ਅੱਜ ਆਲੋਚਨਾ ਕਰ ਰਹੇ ਨੇ, ਉਹ ਆਲੋਚਨਾ ਇਸ ਗੱਲ ਕਰਕੇ ਕਰ ਰਹੇ ਨੇ ਕਿ ਜੇ ਇਹੋ ਜਿਹੀਆਂ ਪਾਲਿਸੀਆਂ, ਮੈਂ ਨਹੀਂ ਕਹਿੰਦਾ ਕਿ ਇਹ ਪਾਲਿਸੀ ਕਾਮਯਾਬ ਹੋਊਗੀ, ਸਮਾਂ ਲੱਗੇਗਾ। ਸਾਲ 2 ਸਾਲ ਦਾ ਜਦੋਂ ਬਜਟਰੀ ਜਿਹੜੀ ਸਰਵੇ ਸਾਹਮਣੇ ਆਉਣਗੇ, GDP ਦੇ ਸਾਹਮਣੇ ਆਏਗਾ, ਬਿਲਕੁਲ ਪਤਾ ਲੱਗ ਜਾਏਗਾ ਕਿ ਇਹ ਪਾਲਿਸੀ ਗਲਤ ਸੀ ਜਾਂ ਠੀਕ ਸੀ। ਮੈਨੂੰ ਲੱਗਦਾ ਹੈ ਨਿੱਜੀ ਤੌਰ ਤੇ ਇਹ ਠੀਕ ਪਾਲਿਸੀ ਹੈ। ਪਰ ਇਹ ਵੀ ਗੱਲ ਹੈ ਕਿ ਉਹ ਲੋਕੀ ਜ਼ਿਆਦਾ ਆਲੋਚਨਾ ਕਰ ਰਹੇ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਜੇ ਇਹ ਪਾਲਿਸੀਜ਼ ਜਿਹੜੀਆਂ ਹੈਗੀਆਂ ਕਾਮਯਾਬ ਹੋ ਗਈਆਂ, ਉਹਨਾਂ ਦੀ ਹੋਂਦ ਜਿਹੜੀ ਹੈਗੀ ਪੋਲੀਟੀਕਲੀ ਖਤਰੇ 'ਚ ਹੋ ਜਾਏਗੀ। ਅਜੀਤ ਜੀ ਇੱਕ ਮਿੰਟ, ਤੁਸੀਂ ਉਹਨਾਂ ਲੋਕਾਂ ਦੀ ਗੱਲ ਕਿਉਂ ਕਰਦੇ ਜੋ ਕਿ ਜੋ ਆਲੋਚਨਾ ਕਰ ਰਹੇ ਆ? ਤੁਸੀਂ ਆਪਣੀ ਗੱਲ ਕਿਉਂ ਨਹੀਂ ਕਰਦੇ ਕਿ ਤੁਹਾਨੂੰ ਕਿਹੜੀ ਚੀਜ਼ ਵਧੀਆ ਲੱਗਦੀ ਆ, ਜਾਂ ਕਿਹੜੇ ਫੈਕਟਸ ਐਂਡ ਫਿਗਰ ਐਸ ਪਾਲਿਸੀ ਦੇ ਪੋਜ਼ਿਟਿਵ ਜਾਂ ਹੱਕ ਜਾਂਦੇ ਆ? ਆਪਾਂ ਜੋ ਲੋਕ ਨਿੰਦਿਆ ਕਰ ਰਹੇ ਆ ਉਹਨਾਂ ਉੱਤੇ ਕਮੈਂਟ ਕਰਨ ਤੋਂ ਬਜਾਏ ਜੇ ਤੁਸੀਂ ਸਪੋਰਟ ਕਰ ਰਹੇ ਹੋ ਤਾਂ ਉਹਨੂੰ ਸਪੋਰਟ ਕਰੋ। ਮੈਂ ਦੱਸ ਚੁੱਕਿਆ ਨਾ, ਮੈਂ ਦੱਸ ਚੁੱਕਿਆ ਕਿ ਕਰਪਸ਼ਨ ਨੂੰ ਜਿਹੜੀ ਹੈਗੀ ਨੱਥ ਪਾਉਣ ਵਾਸਤੇ ਇਕਨੋਮੀ ਦਾ ਵਿਜ਼ੀਬਲ ਹੋਣਾ ਬਹੁਤ ਜ਼ਰੂਰੀ ਹੈ।
ਉਸ ਤੋਂ ਬਿਨਾਂ ਤੁਸੀਂ ਨਹੀਂ ਨੱਥ ਪਾ ਸਕਦੇ। ਸ਼ਾਇਦ ਤੁਸੀਂ ਆਲੋਚਨਾ ਦੀ ਗੱਲ ਜਿਹੜੀ ਹੈਗੀ ਉਹ ਇਹ ਸਮਝ ਗਏ ਕਿ ਸ਼ਾਇਦ ਮੈਂ ਕਿਸੇ ਉਹਨਾਂ ਬੰਦਿਆਂ ਦੀ ਗੱਲ ਕਰ ਰਿਹਾ ਜਿਹੜੇ ਇੱਥੇ ਆਪਣੇ ਨਾਲ ਗੱਲ ਕਰਦੇ ਆਲੋਚਨਾ ਕਰਦੇ ਨਾ, ਮੇਰਾ ਮਤਲਬ ਉਹਨਾਂ ਨਹੀਂ, ਮੇਰਾ ਉਹਨਾਂ ਪੋਲੀਟੀਕਲ ਪਾਰਟੀਆਂ ਉਹਨਾਂ ਪੋਲੀਟੀਕਲ ਹਸਤੀਆਂ ਦੇ ਨਾਲ ਹੈ ਜਿਹੜੀ ਇਹਦੀ ਆਲੋਚਨਾ ਕਰਦੇ ਨੇ। ਆਪਾਂ ਸੀਪੀ ਸਿੰਘ ਜੀ ਪਲੀਜ਼ ਗੋ ਹੈਡ ਸੀਪੀ ਸਿੰਘ ਜੀ। ਅਜੀਤ ਜੀ या हरप्रीत जी देखो मैं हुण भी यही कहूंगा कि डीमोनेटाइजेशन ਦਾ ਜਿਹੜਾ ਫੈਸਲਾ ਸੀਗਾ ਮੇਰੇ ਪਰਸਨਲ ਜੇ ਵਿਊ ਤੁਸੀਂ ਲਓ ਤਾਂ ਬਿਲਕੁਲ ਰਾਈਟ ਫੈਸਲਾ ਸੀਗਾ। ठीक है इंप्लीमेंटेशन च मैं भी मानदा कि थोड़ी प्रॉब्लम आई है, इसे करके लोगों को परेशानी हुई है, लाइनां च लगना पिया। लेकिन 3-4 दिन पहला कुछ बैंकां नूं अप्रोच कीता मैं, उत्थे हुण कैश दा जिहड़ा इनफ्लो बिल्कुल ठीक हो गया, 500 दे नोट भी आ गए, 2000 दे नोट भी उत्थे हैगे ने। सो लोगों को और दूसरी गल कैश काउंटर ते मैं ये पूछा सी कि जिहड़े एक बार तुसी नोट विड्रॉ करके लोगों को दिंदे हो कि वो दोबारा सर्कुलेट दे विच तुहाडे कोल आ गए ने, और उन्हां दा एक यही कहना सी कि वो जिहड़े नोट ने दोबारा बैंक दे विच सर्कुलेशन दे विच आने शुरू हो गए ने। सो किते ना किते ये चीज हौली हौली रेगुलराइज हो जाएगी। लेकिन प्रधानमंत्री का भी बयान जिहड़ा छोटा जिहा मैनूं लग्या गलत लग्या, क्योंकि उन्होंने जे तुसीं माइंड ना करो एक बारी कटना चाहूंगा, विशाल एंड टीम पहुंच चुके ने। विशाल एक बार फिर से स्वागत है, कहां पे हैं आप अभी, उसकी इंफॉर्मेशन हमें जरूर दीजिए पहले। जी सर, मैं इस वक्त अभी फरीदाबाद के 7 सेक्टर में खड़ा हुआ हूँ। यहाँ पे जो मेरे पीछे आप बैंक देख रहे हैं, इस वक्त मैं फरीदाबाद में हूँ और 7 सेक्टर में खड़ा हुआ हूँ। ओके, और बैंकों में लाइन अप है या नहीं है? जी सर, मैं आपको बिल्कुल दिखाना चाहूंगा। आप ठीक पीछे मेरे देख रहे हैं एक्सिस बैंक का ये बोर्ड है और साइड में है यूनियन बैंक का बोर्ड। तो एक्सिस बैंक के बाहर आप देख सकते हैं विजुअल्स में, मैं आपको दिखाना चाहूंगा कि एक्सिस जो बैंक है उसके बाहर भीड़ बिल्कुल भी नहीं है। यूनियन बैंक के बाहर भीड़ है, मगर इतनी भीड़ नहीं है जितनी जो पहले दिन से जो देखी जा रही थी या पिछले जो 2 महीने से देखी जा रही थी, वो भीड़ जो है अब बहुत कम हो चुकी है। ओके विशाल, जो लोग लाइनों में खड़े हैं उनसे बात कीजिए। पहला क्वेश्चन होगा नोटबंदी का फैसला सही था या गलत था। दूसरा क्वेश्चन है आपका, क्या आपको अभी भी नोट मिलने में दिक्कत आ रही है? प्लीज मेरे दोनों क्वेश्चन जरूर उनसे पूछिए। नोटबंदी का फैसला गलत था या सही था और क्यों, और क्या अभी इनको भी कैश मिलने में दिक्कत आ रही है? जी बिल्कुल, मैं दिखाना चाहूंगा आपको। यहाँ पे जो लोग खड़े हुए हैं लाइन में, आपको मैं उनके पास ले जाना चाहूंगा और उनसे बातचीत कराना चाहूंगा। ओके, थैंक यू विशाल, प्लीज। जी, यहाँ पे मैं एक बार दर्शकों ਨੂੰ ਫਿਰ ਤੋਂ ਦੱਸਦਾ, ਵਿਸ਼ਾਲ ਇਸ ਟਾਈਮ ਫਰੀਦਾਬਾਦ ਦੇ ਸੈਕਟਰ 17 ਤੋਂ ਲਾਈਵ कर रहे हैं। प्लीज गो अहेड विशाल। जी सर, मैं आपसे एक बार क्वेश्चन दोबारा जानना चाहूंगा। आपके क्वेश्चन आपके तो थोड़ी सी वॉइस प्रॉब्लम आ रही थी। जी, नोटबंदी का फैसला सही है या गलत? जी। और दूसरा क्वेश्चन, क्या अभी भी कैश मिलने में दिक्कत आ रही है? जी, आप यहाँ पे खड़े हुए हैं यूनियन बैंक के सामने। आपको जो ये नोटबंदी का फैसला आया था, ये कैसा लगा? क्या आप उस फैसले से खुश हैं या नहीं है? नहीं, खुश है भैया, बहुत बढ़िया किया है मोदी जी ने। चोर बाजारी बंद हो गई, इससे तो बढ़िया, और पैसे सबको मिल रहे हैं। गाँव में भी अच्छा व्यवहार है, पब्लिक अच्छा महसूस कर रही है इस बात को कि मोदी जी ने बहुत अच्छा किया है। और पैसे की किल्लत कुछ दिन थी, लेकिन अब तो बिल्कुल सामान्य हो गया सब चीज, अच्छा महसूस कर रहे हैं। और ये फैसला बहुत अच्छा है और ये सबको करना चाहिए। क्या आपको जो कैश पहले नहीं मिल पा रहा था वो अब मिल पा रहा है आसानी से? हाँ, 24,000 रुपये हर हफ्ते निकाल सकते हैं और ATM भी यूज कर रहे हैं हर रोज हम, हर हफ्ते। और ये मेरी चेकबुक है, हम पैसे लेने आए, चेकबुक से लेन देन अच्छा है, कोई दिक्कत नहीं है। कैश से अच्छा है, नो टेंशन। किसी को पैसे देने चेक दो, घर से घर बैठे अकाउंट में डालो, अपने घर बैठ रहे हो, नो प्रॉब्लम। तो आप देख ही सकते हैं और सुन भी सकते हैं कि यहाँ पे लोग खुश हैं इस फैसले से, क्योंकि जो मोदी जी का सपना था एक मेक इन इंडिया या डिजिटल इंडिया कह लीजिए आप, तो वो यहाँ पर पूरा नजर होता आ रहा है। क्योंकि वो चाहते थे कैशलेस इंडिया हो, पेटीएम यूज करें लोग, ATM यूज करें, अपने चेकबुक यूज करें, वो ज्यादा से ज्यादा इन चीजों का यूज करें। और इस ये जो चेकबुक्स है या फिर आप कह लीजिए ATM कार्ड है, इन पर कुछ गवर्नमेंट ने जो परसेंटेज है जो टैक्स करता था, उस पर भी कई जो, अगर आप टोल पे जाते हैं, टोल प्लाजा पे जाते हैं, तो वहाँ पे जो टैक्स लगता था, वो अगर आप पेमेंट करते हैं क्रेडिट कार्ड से या डेबिट कार्ड से अपने से, तो उसमें बहुत ज्यादा जो पहले मार्जिन आता था या फिर आप कह लीजिए टैक्स लगता था, वो बहुत कम कर दिया गया है। तो ये एक अहम फैसला था, शायद लोगों को बहुत ही अच्छा लगा। किसी को जो
कोई जो लोग बोल रहे थे उन्हें दुविधा भी आई है, मगर लोगों के लिए परेशानी थी, मगर लोगों ने सपोर्ट किया। मोदी जी ने भी खुद अपने जो 31 दिसंबर को जो उन्होंने भाषण दिया था, अपना लोगों से बातचीत की थी, उन्होंने बस सबसे हाथ जोड़ के बस यही कहा कि आप लोगों ने मुझे सपोर्ट किया है और मैं आपको सपोर्ट करना चाहता हूँ। विशाल, क्या हम और लोगों से बात कर सकते हैं प्लीज? जी बिल्कुल, मैं बात कराना चाहूंगा, आपको और लोगों के पास ले जाना चाहूंगा। आपको ये नोटबंदी का जो फैसला है वो कैसा लगा? नोटबंदी तो अच्छा लगा, लेकिन बैंक में कैश नहीं होती है, जो कि अभी भी लिखा हुआ है बैंक में कैश नहीं है, अभी भी लगा हुआ है। अभी जब अगर बैंक खुलेगा तो उनके पास शायद हो कैश। अभी का लगा हुआ है या फिर कल का लगा हुआ है? कल का ही लगा हुआ है। कल का लगा हुआ है। आज लगता है कि पैसे मिल जाएंगे? उम्मीद है। तो आप लोग मतलब एटीएम कार्ड यूज कर रहे हैं या फिर नहीं कर रहे, उससे पैसा नहीं निकल रहा है? तो चेकबुक से ही निकाल रहा हूँ पैसा, एटीएम का यूज नहीं कर। तो फैसला कैसा लगा? परेशानियां आई? परेशानी तो आई, लेकिन फैसला अच्छा है। फैसला अच्छा लगा। आप यहाँ पे कितने बजे से खड़े हैं? सर 9 बजे से आया हूँ यहाँ पे। 9 बजे से आए हुए हैं। तो आपको ये जो मोदी जी ने फैसला लिया था ये कैसा लगा? मोदी ने फैसला लिया सही लगा है, मुझे अच्छा लगा है, और इससे हम एग्री भी कर रहे हैं और साथ में मेहनत भी कर रहे हैं, टाइम निकाल के अपना काम है पूरे तरीके से कर रहे हैं। मेरे को तो ठीक लगा, अच्छा लगा। तो कैश आपको मिल रहा है? मतलब कैश मिल रहा है, थोड़ी सी मेहनत करनी पड़ती है, थोड़ी सी लाइन में खड़ा होना पड़ता है, हमें कोई दिक्कत नहीं है, बस कैश होना चाहिए, लाइन में लगने के बाद मिल जाना चाहिए बस। आपको सही लगा फैसला? हाँ बिल्कुल सही लगा जी, एकदम फर्स्ट क्लास सही लगा। कैश नहीं मिल रहा है आपको? कैश मिल रहा है, थोड़ी परेशानी है पर कोई बात नहीं, थोड़े दिन के लिए हम अपना भुगत लेंगे। आप लोग सबसे आगे खड़े हुए हैं। आप मैम कितने बजे से खड़े हैं? 9 बजे से। 9 बजे से खड़े हुए हैं। तो अभी भी जाना है, इसलिए जल्दी आ कर। आपको जो ये मोदी जी ने फैसला लिया था आपको कैसा लगा? ये कुछ तो पैसों के परेशान है, कुछ तो सही भी है। कुछ तो पैसों की लाइन में खड़ी होना बड़ी दिक्कत है हमारे लिए, ड्यूटी छोड़ के। कुछ तो सही भी है। तो मतलब खुश भी है और नहीं भी? खुश है, कुछ नहीं भी है। आप अंकल जी, आप कितने बजे से खड़े हैं? अभी 9 बजे आए। 9 बजे से ही आए। तो सर आप खुद ही देख रहे हैं, पहले जो लाइन में आपको दिखा रहा था, जब हमने पहला लाइव किया था तो लोग रात के 2 बजे से थे बैंकों के बाहर, कोई रात के 12 या 1 बजे से ही बैंकों के बाहर लगा हुआ था। इस वक्त जो आप खुद ही सुन रहे हैं, लोग 9 बजे आए हैं, 10 बजे बैंक खुलना है, तो बैंकों के बाहर भीड़ भी जो है वो बहुत कम हो चुकी है। शायद जो इन्होंने जो नोटबंदी का जो फैसला लिया था वो शायद यहाँ पे पूरा होता नजर आ रहा है। लोगों को जो पहले परेशानी हो रही थी वो यहाँ पर अब नहीं हो रही है। विशाल, क्या आप हमें वो नोट दिखा पाएंगे जो बैंक में अभी भी लगा है कि कैश नहीं है? आप जैसे कह रहे थे यहाँ पे 3-4 बैंक है, अगर तीनों चारों बैंक में आप हमें अगर ये नोट अभी लगे हुए हैं वो दिखा पाए? जी बिल्कुल। अभी जो मैं बैंक के बाहर खड़ा हूँ, ये है बैंक ऑफ इंडिया, यूनियन बैंक ऑफ इंडिया है, और इसके बाहर मैं खड़ा हुआ हूँ। यहाँ पे पोस्टर लगा हुआ है, बैंक में नकदी खत्म हो गई है। आपको दिखाना चाहूंगा, मगर ये कल का पोस्टर है। कल शायद मे भी जो 2 बजे का टाइम होता है या 3 बजे का टाइम होता है, उसके बाद अगर ये बंद हो जाता है, मतलब कैश खत्म हो जाता है, तो इसलिए ये पोस्टर लगा दिया जाता है ताकि लोग परेशान ना करें बैंक वालों को। मोदी साहब ने वैसे एक और अच्छी बात कही थी इसी के बीच में कि जो 31 दिसंबर को अपना भाषण दिया था कि जो बैंक्स है उनमें बहुत ज्यादा अभी सुविधाएं प्रोवाइड करने की जरूरत है। उनको बहुत ज्यादा उन्हें सुधार करना पड़ेगा उनमें, बैंकों में, क्योंकि जो कैश है वो पूरा प्रॉपर जो तरीके से मिल नहीं पा रहा था पहले, मगर अब थोड़ा बहुत सुविधा हो चुकी है लोगों के लिए। थैंक यू विशाल। जैसे कि मैंने आपसे पहले बोला था, अगर कुछ बिजनेस पर्सन से भी हम बात कर सके ताकि ये पता लगे कि बिजनेस क्या अभी तक अफेक्टेड है या फिर इज बैक टू नॉर्मल। मैं टेक्निकल टीम से कहूंगा जब तक विशाल एंड टीम लोकेशन नंबर 3 पे जाती है, प्लीज लेट अस स्टार्ट द डिबेट। सतीश जी, सीपी सिंह जी और अजीत जी, जे कोई भी कमेंट करना चाहे, कैश जिद्दां की लाइनअप काफी घट हो गई आ, जे तो ਇਹ ਤੇ ਸਾਨੂੰ ਪਤਾ ਲੱਗਦਾ ਕਿ ਸਰਕੂਲੇਸ਼ਨ ਪੈਸੇ ਦੀ ਵਧੀ ਆ, ਪਰ ਕਿਤਨਾ ਕਿਤੇ ਅਜੇ ਵੀ ਕਿੱਲਤ ਜਾਂ ਦਿੱਕਤ ਹੈਗੀ ਆ, ਕਿਉਂਕਿ ਬੈਂਕਾਂ ਦੇ ਬਾਹਰ ਜੋ ਨੋਟ ਲੱਗਿਆ ਸੀ ਕਿ ਕੈਸ਼ ਅਵੇਲੇਬਲ ਨਹੀਂ ਹੈ, ਪਰ ਲੱਗਦਾ ਕਿ ਜਿਹੜੀ ਉਹ ਕੈਸ਼ ਅਵੇਲੇਬਲ ਨਾ ਹੋਣਾ ਵਾ ਉਹ ਰੇਸ਼ੀਓ ਪਹਿਲਾਂ ਦੇ ਹਿਸਾਬ ਨਾਲ ਕਾਫੀ ਘਟ ਗਈ ਆ। ਬਿਲਕੁਲ ਹਰਪ੍ਰੀਤ ਜੀ, ਕਾਫੀ ਜ਼ਿਆਦਾ ਜਿਹੜੀ ਹੈਗੀ ਇਸ ਚੀਜ਼ ਦੇ ਵਿੱਚ ਸੁਧਾਰ ਹੋ ਗਿਆ, ਔਰ ਉਹ ਸੁਧਾਰ ਹੋਣ ਦੀ ਜਿਹੜੀ ਸਪੀਡ ਹੈ ਉਹ ਵੀ ਅਗਲੇ ਦਿਨਾਂ 'ਚ ਵੱਧ ਹੋਏਗੀ। ਜੇ ਮੇਰੇ ਕਹਿਣ ਦਾ ਭਾਵ ਹੈ ਜਿੰਨਾ
ਪਹਿਲਾਂ 1 ਮਹੀਨੇ 'ਚ ਸੁਧਾਰ ਹੋਇਆ ਤਾਂ ਉਹਨਾਂ ਸ਼ਾਇਦ ਆਉਣ ਵਾਲੇ 15 ਦਿਨ 'ਚ ਹੋ ਜਾਏ, ਕਿਉਂਕਿ ਗਵਰਨਮੈਂਟ ਜਿਹੜੀ ਸਾਧਨ ਹੈ, ਗਵਰਨਮੈਂਟ ਦੀ ਮਸ਼ੀਨਰੀ ਹੈ, ਉਸ ਚੀਜ਼ ਵਾਸਤੇ ਬੈਟਰ ਸਟ੍ਰੀਮਲਾਈਨ ਹੋ ਗਈ ਆ ਹੁਣ। ਅਸਲ ਦੇ ਵਿੱਚ ਗੱਲ ਇਹ ਹੈ ਕਿ ਲੋਕੀ ਪਸੰਦ ਕਰਦੇ ਨੇ, ਇਸ ਗੱਲ ਕਰਕੇ ਕਰਦੇ ਨੇ ਕਿ ਜਿਹੜੀਆਂ ਤੰਤਰ ਦੇ ਵਿੱਚ, ਸਰਕਾਰੀ ਤੰਤਰ ਦੇ ਵਿੱਚ, ਕਮਰਸ਼ੀਅਲ ਸੈਕਟਰ ਦੇ ਵਿੱਚ, ਹੋਰ ਜਿਹੜੇ ਵੱਖ-ਵੱਖ ਸੈਕਟਰ ਨੇ ਇਕਨੋਮੀ ਦੇ, ਉਹਨਾਂ ਦੇ ਵਿੱਚ ਵੱਡੀ ਕਰਪਸ਼ਨ ਦੀ ਜਿਹੜੀ ਗੱਲ ਹੋ ਗਈ ਸੀ, ਉਸ ਚੀਜ਼ ਨੂੰ ਇਹਦੇ ਤੋਂ ਨੱਥ ਪੈ ਸਕਦੀ ਹੈ। ਦੂਸਰੀ ਗੱਲ ਇਹ ਨਹੀਂ ਹੈਗੀ ਕਿ ਲੋਕਾਂ ਦਾ, ਅਸੀਂ ਉਹ ਕਹਿੰਦੇ ਆ ਕਿ ਸੌਰੀ, ਜਿਹੜਾ ਸਾਡੇ 'ਚ ਇਹ ਪਰਸੈਪਸ਼ਨ ਹੈ ਕਿ ਇਹ ਇੰਨਾ ਪੈਸਾ ਸੀ ਜਿਹੜਾ ਉਹ ਹੈਗਾ ਸੀ, ਪਰ ਉਹ ਵਿਜ਼ੀਬਲ ਇਕਨੋਮੀ 'ਚ ਨਹੀਂ ਸੀ। ਉਹ ਵਿਜ਼ੀਬਲ ਇਕਨੋਮੀ 'ਚ ਨਾ ਹੋਣ ਕਰਕੇ ਉਹ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਨਾਲ 1 ਨੰਬਰ 'ਚ ਡੀਲ ਨਹੀਂ ਸੀ ਹੋ ਰਹੀ। ਉਸ ਚੀਜ਼ ਦਾ ਲੋਕਾਂ ਨੂੰ ਵੀ ਹੈਗਾ ਪਰਸੈਪਸ਼ਨ, ਲੋਕਾਂ ਨੂੰ ਵੀ ਪਤਾ ਹੈ ਕਿ ਜਿਹੜਾ ਇਹ ਪੈਸਾ ਸਾਹਮਣੇ ਆ ਕੇ ਵਰਤ ਹੋਣ ਲੱਗ ਜਾਏਗਾ, ਉਹਦੇ ਨਾਲ ਗਵਰਨਮੈਂਟ ਦੇ ਜਿਹੜੇ ਅਸਾਸੇ ਨੇ ਉਹਨਾਂ ਦਾ ਫਾਇਦਾ ਹੋਣ ਵਾਲਾ ਹੈ। ਸੋ ਇਸੇ ਉਹੀ ਕਾਰਨ ਹੈ ਕਿ ਲੋਕ ਇੰਨੀਆਂ ਮੁਸ਼ਕਲਾਂ ਦੇ ਬਾਵਜੂਦ ਫਿਰ ਇਸ ਚੀਜ਼ ਦੀ ਸਪੋਰਟ ਕਰੀ ਜਾ ਰਹੇ ਨੇ। ਇਸ ਤੋਂ ਪਤਾ ਲੱਗਦਾ ਹੈ ਕਿ ਇਸ ਤੋਂ ਪਹਿਲਾਂ ਜਿਹੜਾ ਸਰਕਾਰੀ ਤੰਤਰ ਸੀ ਉਹ ਤੋਂ ਕਿੰਨੇ ਲੋਕ ਨਿਰਾਸ਼ ਹੋ ਚੁੱਕੇ ਸੀ। ਇਹੀ ਕਾਰਨ ਹੈ, ਜਿਹੜੀ ਮੈਂ ਪਹਿਲਾਂ ਆਲੋਚਨਾ ਦੀ ਗੱਲ ਕੀਤੀ ਸੀ, ਜਿਹੜੀਆਂ ਸਿਆਸੀ ਪਾਰਟੀਆਂ ਇਹਦੀ ਬਹੁਤ ਡਟ ਕੇ ਆਲੋਚਨਾ ਕਰ ਰਹੀਆਂ ਨੇ, ਉਹਨਾਂ ਨੂੰ ਕਿਤੇ ਲੱਗਦਾ ਹੈ ਕਿ ਇਹ ਇੱਕ ਗਵਰਨੈਂਸ ਦਾ ਇੱਕ ਵੱਖਰੀ ਤਰ੍ਹਾਂ ਦਾ ਤਰੀਕਾ ਜਿਹੜਾ ਹੈਗਾ ਉਹ ਇਵੋਲਵ ਹੋ ਰਿਹਾ ਹੈ। ਉਹ ਜੇ ਵੱਖਰੀ ਤਰ੍ਹਾਂ ਦੀ ਜਿਹੜੀ ਹੈਗੀ ਗਵਰਨੈਂਸ ਇਵੋਲਵ ਹੁੰਦੀ ਹੈ ਤਾਂ ਉਹ ਜਿਸ ਤਰ੍ਹਾਂ ਦੀਆਂ ਆਦਤਾਂ, ਜਿਸ ਤਰ੍ਹਾਂ ਦੀ ਸੋਚ, ਜਿਸ ਤਰ੍ਹਾਂ ਦੀ ਜਿਹੜੀ ਜਿਹਨੂੰ ਕਹਿ ਲਓ ਮੁਲਕ ਦੀ ਇਕਨੋਮੀ ਨੂੰ ਹੈਂਡਲ ਕਰਨ ਦੀ ਇੱਕ ਪਰਸੈਪਸ਼ਨ ਉਹਨਾਂ ਦੇ ਵਿੱਚ ਸੀ, ਉਹਨਾਂ ਨੂੰ ਲੱਗਦਾ ਕਿ ਉਹਦੇ ਵਿੱਚੋਂ ਨਿਕਲ ਜਾਣਗੇ। ਤੇ ਫਿਰ ਜਿਹੜੀ ਹੈਗੀ ਇੱਕ ਸਾਜ਼ਿਸ਼ੀ ਜੀ ਰਾਜਨੀਤੀ ਜਿਹੜੀ ਹੁਣ ਤੱਕ ਹੁੰਦੀ ਰਹੀ ਹੈ, ਉਹਦੇ ਲਈ ਉਹਨਾਂ ਨੂੰ ਲੱਗਦਾ ਕਿ ਥਾਂ ਸ਼ਾਇਦ ਇਸ ਤਰ੍ਹਾਂ ਦੀ ਨਾ ਮੁਲਕ 'ਚ ਬਚੇ। ਇਹਦਾ ਕਾਰਨ ਹੈ ਕਿ ਐਡੀ ਬੜੀ ਸਖਤ ਜਿਹੜੀ ਆਲੋਚਨਾ ਕੀਤੀ ਜਾ ਰਹੀ ਹੈ, ਔਰ ਨਾਲ ਹੈ ਕੀ ਕੀਤੀ ਜਾ ਰਹੀ ਹੈ ਲੋਕਾਂ ਦੀ, ਪਰ ਲੋਕੀ ਤਾਂ ਫਿਰ ਵੀ ਇੰਨਾ ਕੁਛ ਹੋਣ ਤੋਂ ਬਾਵਜੂਦ ਖੁਸ਼ ਨਜ਼ਰ ਆ ਰਹੇ ਨੇ। ਸੋ ਕਿਤੇ ਨਾ ਕਿਤੇ ਉਹਨਾਂ ਦੀ ਆਲੋਚਨਾ ਜਿਹੜੀ ਹੈਗੀ ਉਹ ਲੋਕਾਂ ਪ੍ਰਤੀ ਸੋਚ ਰੱਖ ਕੇ ਨਹੀਂ ਕੀਤੀ ਜਾ ਰਹੀ। ਉਹਨਾਂ ਨੂੰ ਜ਼ਿਆਦਾ ਇਹ ਲੱਗਦਾ ਕਿ ਜਿਵੇਂ ਅਸੀਂ ਹੁਣ ਤੱਕ ਵਿਚਰਦੇ ਰਹੇ ਹਾਂ ਔਰ ਸਰਕਾਰ ਚਲਾ ਰਹੇ ਹਾਂ, ਉਹ ਸਾਰਾ ਕੁਝ ਬਦਲ ਰਿਹਾ, ਜਿਹਦੇ ਵਿੱਚ ਉਹਨਾਂ ਨੂੰ ਜਿਹੜੀ ਥਾਂ ਹੈ ਬਹੁਤ ਸੁੰਗੜ ਜਾਏਗੀ। सीपी सिंह जी, सब्दीश जी, एनीवन? बिल्कुल हरप्रीत जी, देखो इंपैक्ट जरूर पॉजिटिव हो गया है। लाइना की अगर गल करिए आप एटीएम के अगे ਤਾਂ ਉਹ ਡੀਮੋਨਟਾਈਜੇਸ਼ਨ ਤੋਂ ਪਹਿਲਾਂ ਵੀ ਇੰਨੀ ਕਸਟਮਰ ਬੇਸ ਬੈਂਕਾਂ ਦਾ ਵੱਧ ਚੁੱਕਾ ਹੈ ਕਿ ਏਟੀਐਮ ਦੇ ਅੱਗੇ 5 ਜਾਂ 7 ਬੰਦੇ ਜਿਹੜੇ ਮੇਨ ਬ੍ਰਾਂਚਸ ਦੇ ਜਾਂ ਮੇਨ ਬੈਂਕ ਹੈਗੇ ਆ ਉਹਨਾਂ ਦੇ ਅੱਗੇ ਖੜੇ ਦਿਸ ਜਾਂਦੇ ਸੀਗੇ। ਬਟ ਜਦੋਂ ਡੀਮੋਨਟਾਈਜੇਸ਼ਨ ਹੋਈ ਤਾਂ ਲਾਈਨਾਂ ਬਹੁਤ ਲੰਬੀਆਂ ਹੋ ਗਈਆਂ ਸੀ, ਕੈਸ਼ ਹੈ ਨਹੀਂ ਸੀਗਾ। ਹੁਣ ਸਿਚੁਏਸ਼ਨ ਇਹ ਹੈ, ਜਿੱਦਾਂ ਵਿਸ਼ਾਲ ਜੀ ਨੇ ਵੀ ਦਿਖਾਇਆ ਕਿ ਕੈਸ਼ ਬਿਲਕੁਲ ਏਟੀਐਮ ਦੇ ਵਿੱਚ ਹੈਗਾ, 5-6 ਬੰਦੇ ਰਹਿੰਦੇ ਆ और वो 5-6 ਬੰਦੇ ਕੰਟੀਨਿਊਸਲੀ ਅਗਰ ਕਿਸੇ ਨੂੰ ਪੈਸਾ ਚਾਹੀਦਾ ਤਾਂ ਉੱਥੇ ਵੇਟ ਕਰਦੇ ਆ, ਕਿਉਂਕਿ ਏਟੀਐਮ ਜਿਹੜਾ ਉਹ ਖਾਲੀ ਨਹੀਂ ਹੁੰਦਾ। ਜਿੱਦਾਂ ਹੀ ਏਟੀਐਮ ਖਾਲੀ ਹੁੰਦਾ ਉਹ ਇੰਟੀਮੇਸ਼ਨ ਪਹੁੰਚ ਜਾਂਦੀ ਔਰ ਬੈਂਕ ਜਿਹੜਾ ਉਹ ਆਪਣੀ ਅਰੇਂਜਮੈਂਟਸ ਕਰਕੇ ਉਸ ਨੂੰ ਰੀਫਿਲ ਕਰ ਦਿੰਦਾ। तो किते ना किते सारा सिस्टम ਜਿਹੜਾ ਹੌਲੀ ਹੌਲੀ ਰੈਗੂਲਰਾਈਜ਼ ਹੋ ਰਿਹਾ ਹੈ। ਸਾਡੇ ਰਿਵਿਊਜ਼ ਵੀ ਇਹੀ ਦੱਸਦੇ ਨੇ, ਸਾਡੀ ਫੀਡਬੈਕ ਵੀ ਲੋਕਾਂ ਤੋਂ ਜਿਹੜੀ ਲਈ ਉਹ ਇਹੀ ਦੱਸਦੀ ਹੈ। ਸੋ ਮੈਂ ਤਾਂ ਓਵਰਆਲ ਇਹੀ ਕਹੂੰਗਾ ਕਿ ਸਿਚੁਏਸ਼ਨ ਜਿਹੜੀ ਹੈ ਹੌਲੀ ਹੌਲੀ ਸੈੱਟ ਹੋ ਰਹੀ ਹੈ ਔਰ ਮੇ ਬੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਰੈਗੂਲਰਾਈਜ਼ ਹੋ ਜਾਏ, ਕਿਉਂਕਿ ਲੋਕਾਂ ਦੇ ਵਿੱਚ ਇੱਕ ਛੋਟਾ ਜਿਹਾ ਪੈਨਿਕ ਵੀ ਹੋ ਜਾਂਦਾ ਹੈ ਕਿ ਪਤਾ ਨਹੀਂ ਕੱਲ ਨੂੰ ਕੀ ਹੋਏਗਾ, ਅਸੀਂ ਆਪਣੇ ਪੈਸੇ ਥੋੜੇ ਜਿਹੇ ਸਟਾਕ ਦੇ ਵਿੱਚ ਰੱਖ ਲਈਏ। ਸੋ ਇਸ ਚੀਜ਼ ਕਰਕੇ ਸ਼ਾਇਦ ਬੈਂਕ ਜਿਹੜਾ ਉਹ ਜਿਹੜਾ ਕੈਸ਼ ਤੋਂ ਖਾਲੀ ਹੋ ਜਾਂਦਾ ਹੈ। ਅਦਰਵਾਈਜ਼ ਇਦਾਂ ਦੀ ਸਿਚੁਏਸ਼ਨ ਹੁਣ ਬੈਂਕਾਂ ਦੇ ਵਿੱਚ ਨਹੀਂ ਹੈ, ਕੈਸ਼ ਜਿਹੜਾ ਉਹ ਬਿਲਕੁਲ ਹੈਗਾ। ਸਬਦੀਸ਼ ਜੀ, ਸਮਾਂ ਜ਼ਿਆਦਾ ਵੀ ਨਹੀਂ ਬਚਿਆ ਤੇ ਆਈ ਥਿੰਕ ਆਈ ਐਮ ਨਾਟ ਸ਼ੋਰ ਜੇ ਮੈਂ ਵਿਸ਼ਾਲ ਐਂਡ ਟੀਮ ਨੂੰ ਲੈ ਪਾਉਂਗਾ। ਸ਼ਾਇਦ ਅੱਜ ਅਸੀਂ ਸ਼ੋਅ ਐਕਸਟੈਂਡ ਨਹੀਂ ਕਰ ਪਾਵਾਂਗੇ, ਪਰ ਜੇ ਪੈਸੇ ਦੀ ਦਿੱਕਤ ਖਤਮ ਹੋ ਰਹੀ ਹੈ ਜਿੱਦਾਂ ਕਿ ਸਾਨੂੰ ਸੁਣਨ ਚ ਆ ਰਿਹਾ ਹੈ ਜਾਂ ਦੇਖਣ ਚ ਆ ਰਿਹਾ ਵਾ, ਤੇ ਮੋਦੀ ਸਾਹਿਬ ਦਾ ਜਿਹੜਾ 50 ਦਿਨ ਵਾਲਾ ਵਾਅਦਾ ਸੀ ਉਹ ਲਗਭਗ ਤੇ ਪੂਰਾ ਹੋ ਗਿਆ ਕਿ ਨਹੀਂ? ਸਬਦੀਸ਼ ਜੀ। ਹਰਪ੍ਰੀਤ ਜੀ, ਗੱਲ ਇਹ ਹੈ ਕਿ ਜਦੋਂ ਸ਼ੁਰੂਆਤ ਦੇ ਦਿਨਾਂ ਦੇ ਵਿੱਚ ਪੈਨਿਕ ਕ੍ਰੀਏਟ ਹੋ ਗਿਆ, ਉਦੋਂ ਜੇ ਕਰੰਸੀ ਵੱਧ ਵੀ ਹੁੰਦੀ ਸ਼ਾਇਦ ਉਦਾਂ ਦਾ ਹੀ ਪੈਨਿਕ ਕ੍ਰੀਏਟ ਹੋ ਜਾਣਾ ਸੀ, ਕਿਉਂਕਿ ਇੱਕਦਮ ਭਾਜੜ ਲੋਕਾਂ ਨੂੰ ਪੈ ਜਾਣੀ ਹੁੰਦੀ ਹੈ। ਹੁਣ ਜਦੋਂ ਇੰਨਾ ਸਮਾਂ ਗੁਜ਼ਰ ਗਿਆ, ਨਵੀਂ ਕਰੰਸੀ ਪ੍ਰਿੰਟ ਹੋ ਕੇ ਆ ਗਈ ਹੈ,
ਪੈਨਿਕ ਦੀ ਪੋਜੀਸ਼ਨ ਵੀ ਪਹਿਲਾਂ ਨਾਲੋਂ ਬਦਲ ਗਈ ਆ, ਤਾਂ ਕੁਦਰਤੀ ਗੱਲ ਹੈ ਕਿ ਫਰਕ ਜ਼ਰੂਰ ਪੈਣਾ ਸੀ। ਪ੍ਰੈਕਟੀਕਲੀ ਵੀ ਫਰਕ ਪਿਆ ਨਿਊ ਕਰੰਸੀ ਆਉਣ ਕਰਕੇ, ਤੇ ਲੋਕਾਂ ਦੀ ਮਾਨਸਿਕ ਦਸ਼ਾ ਦੇ ਵਿੱਚ ਵੀ ਫਰਕ ਪਿਆ। ਪਰ ਜਿਹੜੀਆਂ ਗੱਲਾਂ ਅਸਲ ਦੇ ਵਿੱਚ ਵੇਖਣ ਵਾਲੀਆਂ ਨੇ, ਸਮਝਣ ਵਾਲੀਆਂ ਨੇ, ਉਹ ਇਸ ਤਰੀਕੇ ਦੇ ਨਾਲ ਹੈ। ਮੰਨ ਲਓ ਹੁਣ ਅਸੀਂ ਵਿਸ਼ਾਲ ਜੀ ਨੇ ਸਾਨੂੰ ਲਾਈਨ ਦੇ ਵਿੱਚ, ਇੱਕੋ ਲਾਈਨ ਦੇ ਵਿੱਚ, ਇੱਕੋ ਬੈਂਕ ਦੇ ਸਾਹਮਣੇ ਖੜੇ ਬੰਦਿਆਂ ਨਾਲ ਗੱਲ ਕਰਾਈ। ਇੱਕ ਬੰਦਾ 9 ਵਜੇ ਆ ਕੇ ਲੱਗਿਆ ਵਾ, ਪਰ ਕਹਿੰਦਾ ਦਿੱਕਤ ਕੋਈ ਨਹੀਂ ਆ, ਮੈਂ ਹੁਣੇ ਕੈਸ਼ ਕਾਪੀ ਲੈ ਕੇ ਆਇਆ, ਮੈਨੂੰ ਚੈੱਕ ਬੁੱਕ ਦਊਂਗਾ ਅੰਦਰ ਤੇ ਮੈਂ ਚੈੱਕ ਦਊਂਗਾ ਤੇ ਮੈਨੂੰ ਪੇਮੈਂਟ ਹੋ ਜਾਣੀ ਆ। ਦੂਸਰਾ ਬੰਦਾ ਉਸੇ ਲਾਈਨ ਦੇ ਵਿੱਚ ਖੜਾ ਹੋ ਕੇ ਇਹ ਕਹਿ ਰਿਹਾ ਕਿ ਤੁਸੀਂ ਸਾਹਮਣੇ ਲਿਖਿਆ ਦੇਖ ਸਕਦੇ ਹੋ ਕਿ ਕੈਸ਼, ਨੋ ਕੈਸ਼ ਦਾ ਬੋਰਡ ਲੱਗਿਆ ਹੋਇਆ ਵਾ, ਹੁਣ ਜਦੋਂ ਬੈਂਕ ਖੁੱਲੇਗੀ ਉਦੋਂ ਮੈਨੂੰ ਪਤਾ ਲੱਗੇਗਾ ਕਿ ਕੈਸ਼ ਹੈ ਕਿ ਨਹੀਂ। ਇਹਦਾ ਇੱਕ ਸਿੱਧਾ ਜਿਹਾ ਅਰਥ ਇਹ ਹੈ ਕਿ ਇੱਕ ਬੰਦਾ ਜਿਹੜਾ ਲਾਈਨ ਦੇ ਵਿੱਚ ਖੜਾ, ਉਹਦੀ ਅਲਾਈਨਮੈਂਟ ਪੋਲੀਟੀਕਲੀ ਕਿੱਦਾਂ ਦੀ ਆ, ਉਹਦੀ ਇਸ ਫੈਸਲੇ ਪ੍ਰਤੀ ਰਾਏ ਕੀ ਆ, ਉਹਦੇ ਵਿੱਚੋਂ ਉਹਦਾ ਨਜ਼ਰੀਆ ਵੀ ਝਲਕ ਜਾਂਦਾ। ਇੱਕ ਬੰਦੇ ਨੂੰ ਲੱਗਦਾ ਮੈਂ ਚੈੱਕ ਕੱਟ ਕੇ ਦਿਆਂਗਾ, ਮੈਨੂੰ ਪੇਮੈਂਟ ਹੋ ਜਾਣੀ ਹੈ, ਦੂਸਰੇ ਨੂੰ ਲੱਗਦਾ ਸਾਹਮਣੇ ਨੋ ਕੈਸ਼ ਦਾ ਬੋਰਡ ਹੈ ਤੇ ਜਦੋਂ ਬੈਂਕ ਖੁੱਲੂਗੀ ਮੈਨੂੰ ਉਦੋਂ ਪਤਾ ਲੱਗੂਗਾ ਇਹ ਨੋ ਕੈਸ਼ ਦਾ ਬੋਰਡ ਉਤਰਦਾ ਕਿ ਨਹੀਂ ਉਤਰਦਾ। ਇਹਦਾ ਮਤਲਬ ਇਹ ਆ ਕਿ ਅਸੀਂ ਸੱਚਾਈ ਨੂੰ ਕਿਸ ਤਰੀਕੇ ਦੇ ਨਾਲ ਪਰਖਣਾ। ਦੂਜੀ ਗੱਲ ਜਿਹੜੀ ਆ, ਮੈਂ ਬਹੁਤ ਡਿਟੇਲ ਚ ਹਰਪ੍ਰੀਤ ਜੀ ਗੱਲ ਨਹੀਂ ਕਰਾਂਗਾ, ਬਹੁਤ ਆਪਣੇ ਕੋਲੇ ਸਮਾਂ ਘੱਟ ਹੈ। ਮੈਂ ਸਿੰਪਲ ਇੱਕ ਗੱਲ ਕਹਿਣੀ ਚਾਹਾਂਗਾ, ਭਾਰਤ ਸਰਕਾਰ ਨੇ ਜੋ ਫੈਸਲਾ ਕੀਤਾ ਉਹਦੇ ਮੁਤਾਬਕ 24,000 ਦੇ ਕਰੀਬ ਰੁਪਈਆ ਮੈਂ ਇੱਕ ਵਾਰ ਕਢਵਾ ਸਕਦਾ ਹਫਤੇ ਦੇ ਵਿੱਚ। ਇਹਦਾ ਮਤਲਬ ਇਹ ਨਿਕਲਦਾ ਕਿ ਮਹੀਨੇ ਦੇ ਵਿੱਚ ਮੈਂ ਲੱਖ ਰੁਪਈਆ ਲਗਭਗ ਕਢਵਾ ਸਕਦਾ। ਇਹ ਮੈਂ ਜਦੋਂ ਕਹਿ ਰਿਹਾ ਇਹਦਾ ਮਤਲਬ ਇਹ ਨਹੀਂ ਕਿ ਮੈਂ ਲੱਖ ਰੁਪਈਆ ਕਢਵਾ ਲੈਣਾ, ਨਾ ਮੇਰੇ ਕੋਲੇ ਲੱਖ ਰੁਪਈਆ ਖਰਚਣ ਦੀ ਕੈਪੈਸਿਟੀ ਆ। ਪਰ ਸਰਕਾਰ ਜੋ ਮੈਨੂੰ ਕਹਿ ਰਹੀ ਆ ਉਹ ਇਹੀ ਕਹਿ ਰਹੀ ਆ ਕਿ ਤੁਸੀਂ ਚੈੱਕ ਰਾਹੀਂ ਲੱਖ ਰੁਪਈਆ ਕਢਵਾ ਕੇ ਇਹਨੂੰ ਨਗਦ ਇਸਤੇਮਾਲ ਕਰ ਸਕਦੇ ਹੋ। ਜੇ ਇੱਕ ਬੰਦੇ ਨੂੰ ਲੱਖ ਰੁਪਈਆ ਦਿੱਤਾ ਜਾ ਰਿਹਾ ਵਾ ਨਗਦ ਇਸਤੇਮਾਲ ਕਰਨ ਲਈ, ਇੱਕ ਘਰ ਦੇ ਵਿੱਚ 3 ਬੰਦੇ 3 ਲੱਖ ਰੁਪਈਆ ਨਗਦ ਇਸਤੇਮਾਲ ਕਰਨ ਲਈ ਬੈਂਕ ਤੋਂ ਲੈ ਕੇ ਆ ਸਕਦੇ ਹੋ, ਤਾਂ ਇਹਦਾ ਅਰਥ ਸਿੰਪਲ ਹੈ ਕਿ ਕੈਸ਼ਲੈਸ ਇਕਨੋਮੀ ਸਾਡੀ ਨਹੀਂ ਬਣ ਰਹੀ ਅਜੇ। ਸ਼ਹਿਰੀ ਖੇਤਰ ਵਿੱਚ ਵੀ ਨਹੀਂ ਬਣ ਰਹੀ, ਜਿੱਥੇ ਬੈਂਕਾਂ ਦਾ ਪ੍ਰਬੰਧ ਬਹੁਤ ਹੈ, ਪੇਂਡੂ ਖੇਤਰ ਬਹੁਤ ਦੂਰ ਗੱਲ ਹੈ। ਬਾਕੀ ਜਿਹੜੇ ਲੋਕ ਬਹੁਤ ਉਤਸ਼ਾਹਤ ਨੇ, ਮੈਨੂੰ ਕੋਈ ਇਤਰਾਜ਼ ਨਹੀਂ ਜੇ ਉਹ ਬਹੁਤ ਉਤਸ਼ਾਹਤ ਰਹਿ ਕੇ ਸਰਕਾਰ ਦੀ ਸਪੋਰਟ ਕਰਨਾ ਚਾਹੁੰਦੇ ਨੇ, ਪਰ ਉਹਨਾਂ ਨੂੰ ਇਹਦੇ ਲਈ ਦਲੀਲ ਜ਼ਰੂਰ ਦੇਣੀ ਪਏਗੀ ਕਿ ਇਹਦਾ ਫਾਇਦਾ ਕਿਵੇਂ ਹੋਇਆ ਹੋਵੇ। ਗਾਹ ਕਹਿ ਕੇ ਜੇ ਕੋਈ ਗੱਲਾਂ ਕਰਦਾ ਵਾ ਤਾਂ ਉਹਨੂੰ ਵੀ ਆਪਣੇ ਉਸ ਗਾਹ ਦੇ ਲਈ ਵੀ ਕੋਈ ਨਾ ਕੋਈ ਆਧਾਰ ਤਿਆਰ ਕਰਨਾ ਪਵੇਗਾ। ਜਦੋਂ ਭਾਰਤ ਸਰਕਾਰ ਦੇ ਅਧਿਕਾਰਤ ਲੋਕ ਕਹਿ ਰਹੇ ਨੇ ਕਿ ਨਗਦੀ ਦੀ ਸ਼ਕਲ ਦੇ ਵਿੱਚ 3 ਤੋਂ 5% ਦੀ ਕਾਲਾ ਧਨ ਹੈ, ਜਦੋਂ ਇਹ ਨਵੰਬਰ ਦੇ ਵਿੱਚ ਸ਼ੁਰੂਆਤ ਹੋਈ ਸੀ, ਤਾਂ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਨਹੀਂ ਜੀ 40% ਦੀ ਕਰੰਸੀ ਜਿਹੜੀ ਹੈਗੀ ਉਹ ਕਾਲਾ ਧਨ ਬਣੀ ਹੋਈ ਸੀ, ਉਹ ਤਾਂ ਬਾਹਰ ਹੀ ਨਹੀਂ ਸੀ ਆ ਰਹੀ। ਸਰਕਾਰ ਤਾਂ ਮੰਨ ਰਹੀ ਆ ਕਿ 3 ਤੋਂ 5% ਦੀ ਆ, ਪਰ ਅਸੀਂ ਉਤਸ਼ਾਹਤ ਹੋ ਕੇ ਉਹਨੂੰ 40% ਦੀ 50% ਦੀ ਕਹੀ ਜਾਈਏ। ਮੇਰਾ ਨਹੀਂ ਖਿਆਲ ਕਿ ਇਹਦੇ ਨਾਲ ਅਸੀਂ ਸਰਕਾਰ ਦੀ ਕੋਈ ਸੇਵਾ ਕਰ ਰਹੇ ਹਾਂ। ਆਪਣਾ ਜਲੂਸ ਅਸੀਂ ਜ਼ਰੂਰ ਆਪਣੇ ਆਪ ਤਰੀਕੇ ਦੇ ਨਾਲ ਕੱਢ ਰਹੇ ਹਾਂ। ਜਦੋਂ ਸਰਕਾਰ ਮੈਨੂੰ ਇਹ ਕਹਿ ਰਹੀ ਹੈਗੀ ਕਿ ਇੰਨਾ ਧਨ ਪਿਆ ਵਾ, ਮੈਨੂੰ ਉਹਨਾਂ ਦੇ ਅੰਕੜਿਆਂ ਦੇ ਉੱਤੇ ਘੱਟੋ ਘੱਟ ਯਕੀਨ ਕਰਨਾ ਚਾਹੀਦਾ। ਵਿਆਖਿਆ ਮੈਂ ਉਹਨਾਂ ਦੀ ਜਿਹੜੀ ਮਰਜ਼ੀ ਕਰ ਲਵਾਂ, ਬੇਸ਼ੱਕ ਉਹਦੇ 'ਚ ਮੈਨੂੰ ਹੱਕ ਹੈ, ਪਰ ਮੈਂ ਘੱਟੋ ਘੱਟ ਆਪਣੀ ਮਰਜ਼ੀ ਦੇ ਨਾਲ ਅੰਕੜਿਆਂ ਨੂੰ ਤਬਦੀਲ ਕਰਨ ਦਾ ਯਤਨ ਨਾ ਕਰਾਂ ਸਰਕਾਰ ਦੀ ਸਪੋਰਟ ਕਰਨ ਲਈ ਜਾਂ ਸਰਕਾਰ ਦਾ ਵਿਰੋਧ ਕਰਨ ਲਈ। ਮੇਰੇ ਸਾਹਮਣੇ ਜੋ ਰੀਅਲ ਪੋਜੀਸ਼ਨ ਆ ਉਹ ਇਹੀ ਹੈਗੀ ਕਿ ਹਾਲੇ ਵੀ ਸਾਡਾ ਦੇਸ਼ ਬਹੁਤ ਦੂਰ ਮੰਜ਼ਿਲ ਹੈ ਕੈਸ਼ਲੈਸ ਦੀ, ਔਰ ਮੇਰੇ ਦੇਸ਼ ਦੀ ਹੀ ਕਿਉਂ ਬਹੁਤ ਦੂਰ ਹੈ। ਕੀ ਅਮਰੀਕਾ ਹਾਲੇ ਕੈਸ਼ਲੈਸ ਹੋ ਗਿਆ, ਕੀ ਕੈਨੇਡਾ ਕੈਸ਼ਲੈਸ ਹੋ ਗਿਆ? ਤੁਸੀਂ ਇੱਕੋ ਗੱਲ ਕਹਿ ਸਕਦੇ ਹੋ ਕਿ ਜਿਹੜੀ ਗੱਲ ਸਾਡੀ ਭਾਰਤ ਸਰਕਾਰ ਨੂੰ ਸਮਝ ਨਹੀਂ ਆਈ, ਕੈਨੇਡਾ, ਅਮਰੀਕਾ ਜਾਂ ਇੰਗਲੈਂਡ ਦੇ ਵਿੱਚ 100 ਪਾਉਂਡ ਜਾਂ 100 ਡਾਲਰ ਦਾ ਕੋਈ ਬਹੁਤ ਵੱਡੇ ਮਾਇਨੇ ਰੱਖਦਾ ਵਾ। ਜੇ ਕਿਸੇ ਦੀ ਜੇਬ ਦੇ ਵਿੱਚ 100 ਡਾਲਰ ਆ ਤੇ ਉਹਦੇ ਲਈ ਕੋਈ ਬਹੁਤ ਵੱਡੀ ਦਿੱਕਤ ਨਹੀਂ ਆਉਣੀ ਜੇ ਉਹਨੇ ਸਾਰਾ ਦਿਨ ਨਗਦੀ ਦੀ ਖਰੀਦੋ ਫਰੋਖਤ ਵੀ ਕਰਨੀ ਹੈ। ਪਰ ਮੇਰੇ ਦੇਸ਼ ਦੇ ਵਿੱਚ ਜੇ ਕਿਸੇ ਦੇ ਕੋਲੇ 500, 1000 ਦਾ ਨੋਟ ਜਿਹੜਾ ਹੁਣ ਨਹੀਂ ਰਿਹਾ ਜਾਂ ਹੁਣ 2000 ਦਾ ਨੋਟ ਵੀ ਆ, ਤੇ ਉਹ ਤੁਹਾਡੇ ਉਸ ਡਾਲਰ ਦੇ ਮਾਇਨੇ ਨਹੀਂ ਰੱਖਦਾ, ਕਿਉਂਕਿ ਮੇਰੇ ਦੇਸ਼ ਦੇ ਵਿੱਚ ਮਹਿੰਗਾਈ ਦਾ ਪੈਟਰਨ ਹੋਰ ਹੈ। ਔਰ ਇਸੇ ਕਰਕੇ ਮੇਰੀ ਸਰਕਾਰ ਨੇ ਮੈਨੂੰ ਲਗਭਗ 1 ਲੱਖ ਰੁਪਇਆ ਮਹੀਨੇ ਦੇ ਵਿੱਚ ਨਗਦੀ ਦੀ ਸ਼ਕਲ ਦੇ ਵਿੱਚ ਖਰਚਣ ਦੀ ਵੀ ਆਗਿਆ ਦਿੱਤੀ ਹੋਈ ਹੈ ਇਸ ਸੰਕਟ ਦੇ ਦਿਨਾਂ ਵਿੱਚ ਵੀ। ਔਰ ਸੰਕਟ ਦੇ ਦਿਨਾਂ ਵਿੱਚ ਵੀ ਜਦੋਂ ਸਰਕਾਰ ਮੰਨਦੀ ਹੈ ਕਿ ਲੱਖ ਰੁਪਇਆ ਕਢਵਾ ਕੇ ਤੁਸੀਂ ਖਰਚ ਸਕਦੇ ਹੋ, ਤੇ ਨਾਲ ਦਾਅਵਾ ਕਰੀ ਜਾਂਦੀ ਹੈ ਕਿ ਦੇਸ਼ ਜਿਹੜਾ ਉਹ ਕੈਸ਼ਲੈਸ ਇਕਨੋਮੀ 'ਚ ਚਲਾ ਗਿਆ, ਤੇ ਤੁਹਾਨੂੰ ਸਪੋਰਟ ਕਰਨ ਵਾਲਿਆਂ ਨੂੰ ਜ਼ਰੂਰ ਸੋਚਣਾ ਚਾਹੀਦਾ ਕਿ ਤੁਸੀਂ ਸਰਕਾਰ ਦੇ ਆਪਣੇ ਫੈਸਲਿਆਂ ਦੀ ਵਿਆਖਿਆ ਆਪਣੀ ਮਨਮਾਨੇ ਤਰੀਕੇ ਨਾਲ ਕਿਉਂ ਕਰ ਰਹੇ ਹੋ। ਸਰਕਾਰ ਦੀ ਕੀਤੀ ਹੋਈ ਵਿਆਖਿਆ ਨੂੰ ਤੁਸੀਂ ਕਿਸੇ ਤਰੀਕੇ ਦੇ ਨਾਲ ਸਪੋਰਟ ਕਰ ਲਓ, ਪਰ ਸਰਕਾਰ ਦੀ
जो ਰੀਅਲ ਪੋਜੀਸ਼ਨ ਹੈ ਉਹਨੂੰ ਇਗਨੋਰ ਕਰਕੇ ਸਰਕਾਰ ਦੀ ਸਪੋਰਟ ਨਾ ਕਰੋ। ਬਸ ਇੰਨੀ ਬੇਨਤੀ ਕਰਨਾ ਚਾਹਾਂਗਾ। ਬਹੁਤੇ ਉਤਸ਼ਾਹਤ ਲੋਕਾਂ ਨੂੰ ਸਰਕਾਰ ਹੁਣ ਖੁਦ ਮੰਨ ਰਹੀ ਹੈ 50 ਦਿਨ ਦਾ ਸੰਕਟ ਮੋਦੀ ਸਾਹਿਬ ਨੇ ਕਿਹਾ ਸੀ। ਸਾਡੇ ਵਿੱਤ ਮੰਤਰੀ ਕਹਿ ਰਹੇ ਨੇ ਕਿ 2 ਤਿਮਾਹੀਆਂ ਸੰਕਟ ਜਾਰੀ ਰਹਿ ਸਕਦਾ ਔਰ 2 ਤਿਮਾਹੀਆਂ ਦਾ ਅਰਥ ਇਹ ਹੈਗਾ ਕਿ ਸਾਡੇ ਦੇਸ਼ ਦਾ ਸੰਕਟ ਲੰਮਾ ਸਮਾਂ ਚੱਲੇਗਾ। ਔਰ ਸਾਡੇ ਦੇਸ਼ ਦੇ ਵਿੱਚ ਜੋ ਅੰਕੜੇ ਆ ਰਹੇ ਨੇ ਉਹ ਇਹੀ ਦੱਸ ਰਹੇ ਨੇ ਕਿ ਜਿਹੜੀ ਸਾਡੀ ਵਿਕਾਸ ਦੀ ਦਰ ਹੈਗੀ ਉਹ ਪਿਛਲੇ 8 ਸਾਲਾਂ ਦੇ ਵਿੱਚ ਸਭ ਤੋਂ ਨੀਵੀਂ ਜਗ੍ਹਾ ਦੇ ਉੱਤੇ ਚਲੇ ਗਈ ਆ। ਔਰ ਇਹ ਜਿਹੜੀ ਨੀਵੀਂ ਜਗ੍ਹਾ ਦੇ ਉੱਤੇ ਵੀ ਚਲੇ ਗਈ ਆ ਇਹ ਵੀ ਸਰਕਾਰ ਦੇ ਅੰਕੜੇ ਨੇ, ਮੇਰੇ ਅੰਕੜੇ ਨਹੀਂ। ਔਰ ਜੇ 6 ਮਹੀਨੇ ਹਾਲੇ ਸਰਕਾਰ ਮੰਨਦੀ ਆ ਓਪਨਲੀ ਤੇ ਹੋ ਸਕਦਾ ਉਹ 6 ਮਹੀਨੇ 9 ਮਹੀਨੇ ਦੇ ਵਿੱਚ ਤਬਦੀਲ ਹੋ ਜਾਣ, ਉਹਨਾਂ ਦਾ ਬਚਾਅ ਹੋ ਸਕੇ। ਸਰਕਾਰ ਨੇ ਇੱਕ ਕੰਮ ਜ਼ਰੂਰ ਕੀਤਾ ਕਿ ਬਜਟ 1 ਮਹੀਨਾ ਪਹਿਲਾਂ ਆ ਰਿਹਾ। ਉਹ ਬਜਟ 1 ਮਹੀਨਾ ਪਹਿਲਾਂ ਆਉਣ ਦੇ ਨਾਲ ਸਰਕਾਰ ਦਾ ਜਾਂ ਦੇਸ਼ ਦਾ ਕੋਈ ਭਲਾ ਹੁੰਦਾ ਕਿ ਨਹੀਂ ਹੁੰਦਾ ਇਹ ਵੀ ਅਸੀਂ ਬਜਟ ਆਉਣ ਤੋਂ ਬਾਅਦ ਵੇਖ ਸਕਾਂਗੇ। ਹਾਲ ਦੀ ਘੜੀ ਅਸੀਂ ਇਹ ਗੱਲ ਮੰਨ ਕੇ ਚੱਲੀਏ ਕਿ ਸਰਕਾਰ 6 ਮਹੀਨੇ ਦਾ ਸੰਕਟ ਤਾਂ ਆਪ ਮੰਨੀ ਬੈਠੀ ਆ। ਅਸੀਂ ਕਿਉਂ ਕਹੀ ਜਾਂਦੇ ਆ ਕਿ 2 4 10 ਦਿਨ ਅਗਲੇ ਮਹੀਨੇ ਅਗਲੇ ਹਫ਼ਤੇ ਠੀਕ ਹੋ ਜਾਏਗਾ। ਮੇਰਾ ਖਿਆਲ ਸਾਨੂੰ ਘੱਟੋ ਘੱਟ ਸਰਕਾਰ ਦੀ ਸਪੋਰਟ ਕਰਨ ਲਈ ਵੀ ਸਰਕਾਰੀ ਅੰਕੜਿਆਂ ਉੱਤੇ ਕੰਨ ਧਰ ਲੈਣਾ ਚਾਹੀਦਾ। थैंक यू सुखदीप जी। समा इजाजत नहीं देता कि ਅਸੀਂ ਗੱਲਬਾਤ ਕਰੀਏ पर हाँ जो एक कॉलर ने 40% ਦੀ ਗੱਲ ਕੀਤੀ ਸੀ क्योंकि के भी गवर्नमेंट द्वारा ਇਹ ਨਹੀਂ दावा किया गया कि ब्लैक मनी मार्केट ਦੇ ਵਿੱਚ ਕਿੰਨੀ ਹੈ, ਨਾ ਹੀ ਕੋਈ स्टडी पब्लिश हुई है। अंदाजे मारे जा रहे हैं हर एक कई डिफरेंट इंस्टीट्यूट वालों अंदाजे मारे जा रहे हैं। पर एनीवे मैं ज़्यादा बहस नहीं पैंदा। उम्मीद यही करते हैं ਤੁਹਾਨੂੰ ਸਾਡੀ ਅੱਜ ਦੀ ਕੋਸ਼ਿਸ਼ ਪਸੰਦ ਆਈ ਹੋਊਗੀ ਜੋ ਅਸੀਂ ਤੁਹਾਡੀ ਬਿਜ਼ਨਸ ਵਰਗ ਨਾਲ ਗੱਲ ਨਹੀਂ ਕਰਵਾ ਸਕੇ ਕਿ ਕਿੰਨਾ ਕੁ ਬਿਜ਼ਨਸ ਤੇ ਫਰਕ ਪਿਆ, ਕਿ ਬਿਜ਼ਨਸ ਬੈਕ ਟੂ ਨਾਰਮਲ ਆਇਆ ਕਿ ਨਹੀਂ ਆਇਆ। ਕੋਸ਼ਿਸ਼ ਕਰਾਂਗੇ ਕੱਲ ਜਾਂ ਪਰਸੋਂ ਤੁਹਾਡੀ ਜ਼ਰੂਰ ਇੱਕ ਜੋ ਅਸੀਂ ਲਾਈਵ ਕਰੀਏ ਕਿ ਤੋਂ ਜਿੱਥੇ ਬਿਜ਼ਨਸ ਪਰਸਨ ਜ਼ਿਆਦਾ ਹੋਣ ਤਾਂ ਕਿ ਉਹਨਾਂ ਤੋਂ ਵੀ ਪਤਾ ਲੱਗ ਸਕੇ ਕਿ ਮਾਰਕੀਟ ਬੈਕ ਟੂ ਨਾਰਮਲ ਹੋਈ ਆ ਕਿ ਨਹੀਂ ਹੋਈ ਆ। ਕਿਉਂਕਿ ਜੋ ਵੱਡਾ ਘਾਟਾ ਇੱਕ ਛੋਟੇ ਬਿਜ਼ਨਸ ਨੂੰ ਪਿਆ ਸੀ, ਜੋ ਗੱਲ ਕੀਤੀ ਜਾ ਰਹੀ ਸੀ ਕਿ ਛੋਟੇ ਬਿਜ਼ਨਸ ਨੂੰ ਇੱਕ ਵੱਡਾ ਘਾਟਾ ਪਿਆ ਵਾ, ਅਜੇ ਤੱਕ ਵੀ ਮਾਰਕੀਟ ਵਿੱਚ ਮੰਦਾ ਛਾਇਆ ਹੋਇਆ ਵਾ ਕਿਉਂਕਿ ਅਜੇ ਵੀ ਆਪੋਜੀਸ਼ਨ ਵੱਲੋਂ ਗਵਰਨਮੈਂਟ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਤੇ ਜੇ ਵਪਾਰ ਵਾਪਸ ਪਹਿਲਾਂ ਵਾਂਗੂ ਲੀਕ ਤੇ ਆ ਗਿਆ ਤੇ ਸ਼ਾਇਦ ਗਵਰਨਮੈਂਟ ਐਰਕੀ ਆਪੋਜੀਸ਼ਨ ਤੇ ਹਾਵੀ ਹੋਵੇ। ਇਹਦੇ ਨਾਲ ਹੀ ਅਸੀਂ ਤੁਹਾਡੇ ਤੋਂ ਲੈਂਦੇ ਆ ਇਜਾਜ਼ਤ। ਸ਼ੋਅ ਕਿੱਦਾਂ ਲੱਗਦੇ ਆ ਫੋਨ ਈਮੇਲ ਜਾਂ WhatsApp ਤੇ ਆਪਣੇ ਸੁਝਾਅ ਹਮੇਸ਼ਾ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਮੈਨੂੰ ਸਬਦੀਸ਼ ਜੀ ਨੂੰ, CP ਸਿੰਘ ਜੀ ਨੂੰ ਅਤੇ ਅਜੀਤ ਸਿੰਘ ਜੀ ਨੂੰ ਅਤੇ ਨਾਲ ਹੀ ਸਾਡੀ ਟੈਕਨੀਕਲ ਸਾਰੀ ਟੀਮ ਨੂੰ ਦੋ ਇਜਾਜ਼ਤ। धन्यवाद।